ਵਿਨਿੰਗ ਪੰਜਾਬ ਦਾ ਸਪੈਸ਼ਲ ਪ੍ਰੋਗਰਾਮ ਸਵੇਰ ਸਾਂਝ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਲਖਵਿੰਦਰ ਸਿੰਘ ਮਾਨ ਲੈ ਕੇ ਹਾਜ਼ਰ ਹਾਂ ਪੰਜਾਬ ਦੀ ਰਾਜਨੀਤੀ ਦੀਆਂ ਕੁਝ ਵੱਡੀਆਂ ਤੇ ਅਹਿਮ ਖਬਰਾਂ। ਸਭ ਤੋਂ ਪਹਿਲਾਂ ਗੱਲਬਾਤ ਕਰਾਂਗੇ ਭਗਵੰਤ ਮਾਨ ਦੀ, ਜਿਨ੍ਹਾਂ ਨੇ ਕਿ 16 ਤਰੀਕ ਨੂੰ ਯਾਨੀ ਕਿ 16 ਮਾਰਚ ਨੂੰ ਮੁੱਖ ਮੰਤਰੀ ਦੇ ਅਹੁਦੇ ਦੀ ਸਹੁੰ ਚੁੱਕਣੀ ਹੈ। ਲੇਕਿਨ ਉਸ ਤੋਂ ਪਹਿਲਾਂ ਹੀ ਸਹੁੰ ਚੁੱਕਣ ਤੋਂ ਪਹਿਲਾਂ ਹੀ ਮੁੱਖ ਮੰਤਰੀ ਬਣਨ ਤੋਂ ਪਹਿਲਾਂ ਹੀ ਉਹਨਾਂ ਨੂੰ ਆਪਣਾ ਇੱਕ ਫੈਸਲਾ ਰਵਾਇਤੀ ਪਾਰਟੀਆਂ ਜਾਂ ਫਿਰ ਕਹਿ ਦਈਏ ਕਿ ਵਿਰੋਧੀ ਲੀਡਰਾਂ ਦੇ ਗੁੱਸੇ ਦੇ ਬਾਵਜੂਦ ਵਾਪਸ ਲੈਣਾ ਪਿਆ है। वो ਕਿਹੜਾ फैसला, क्योंकि एक फैसले के उपर बड़ा विवाद होया सी, उस फैसले ਨੂੰ वापस लिया गया है। ਕਿਹੜਾ ਉਹ फैसला जो भगवंत मान ਦੇ ਵੱਲੋਂ वापस ले लिया गया, इस बारे गलबात करांगे। नाल ही नाल गलबात करांगे कांग्रेस के काटो कलेश की। कांग्रेस ਦੇ ਵਿੱਚ ਜਿੱਥੇ कि ਪ੍ਰਧਾਨਗੀ ਨੂੰ ਲੈ ਕੇ लगातार विवाद चल रहा है, भावें कि अपनी नैतिक जिम्मेवारी समझते हुए अजे तक नवजोत सिंह सिद्धू के वलों अपने अहुदे के उपरों अस्तीफा नहीं दिता, लेकिन उन्होंने प्रधानगी जानी तय है। नवे कुछ नामां के उपर प्रधानगी नूं लैके गलबात शुरू हो चुकी है। किहड़े ने वो नौ जिन्हां दे उपर प्रधानगी नूं लैके चर्चावां शुरू होईयां ने, उस बारे गलबात करांगे। श्रोमणी अकाली दल की कोर कमेटी की जो कल मीटिंग हुई सी, उस मीटिंग के उपर सुखबीर सिंह बादल की प्रधानगी नूं लैके एक वड्डा फैसला ले लिया गया। की है वो फैसला कि सुखबीर सिंह बादल प्रधान बने रहणगे जां फिर किसी होर नाम के उपर कल चर्चा हुई है, इस बारे भी गलबात करांगे। ते नाल ही नाल गलबात करांगे कांग्रेस की। कांग्रेस दे विच जिथे कि प्रधानगी नूं लैके लगातार चर्चावां ने कि प्रधान बदल देना चाहिए, उत्थे एक नवीं मंग उठन लगी है। ਵੱਖ-ਵੱਖ ਲੀਡਰਾਂ ਦੇ ਵੱਲੋਂ ਹਾਈ ਕਮਾਨ ਨੂੰ ਇਹ ਅਪੀਲ ਕੀਤੀ ਗਈ ਹੈ ਕਿ ਪ੍ਰਧਾਨਗੀ ਬਦਲਣ ਦੇ ਨਾਲ-ਨਾਲ ਹੁਣ ਜੋ ਵਿਰੋਧੀ ਧਿਰ ਦਾ ਨੇਤਾ ਹੋਏਗਾ ਉਹ ਵੀ ਵੋਟਾਂ ਪਵਾ ਕੇ ਚੁਣਿਆ ਜਾਵੇ। ਸੋ ਕਿਸ ਤਰ੍ਹਾਂ ਦੇ ਹਾਲਾਤ ਰਹਿਣ ਵਾਲੇ ਕਾਂਗਰਸ ਦੇ, ਕਿਸ ਤਰ੍ਹਾਂ ਦਾ ਕਾਟੋ ਕਲੇਸ਼ ਵੱਧ ਰਿਹਾ, ਇਸ ਬਾਰੇ ਗੱਲਬਾਤ ਕਰਨ ਦੇ ਲਈ ਮੇਰੇ ਨਾਲ ਜੁੜੇ ਹੋਏ ਨੇ ਪ੍ਰੋਫੈਸਰ ਮਨਜੀਤ ਅਣਖੀ ਜੀ। ਸਭ ਤੋਂ ਪਹਿਲਾਂ ਸਵਾਗਤ ਕਰਾਂਗੇ ਅਣਖੀ ਜੀ, ਪ੍ਰੋਗਰਾਮ ਦੇ ਵਿੱਚ ਸਵਾਗਤ ਹੈ। बहुत शुक्रिया लखविंदर जी। ਸੋ ਅਣਖੀ ਸਰ, ਗੱਲ ਕਰੀਏ 16 ਮਾਰਚ ਦੀ, ਇੱਕ ਇਤਿਹਾਸਕ ਦਿਨ ਜਦੋਂ ਕਿ ਪੰਜਾਬ ਦੇ ਵਿੱਚ ਦੋ ਰਵਾਇਤੀ ਪਾਰਟੀਆਂ ਨੂੰ ਛੱਡ ਕੇ ਤੀਜੀ ਧਿਰ ਆਪਣੀ ਸਰਕਾਰ ਬਣਾਉਣ ਜਾ ਰਹੀ ਹੈ। ਭਗਵੰਤ ਮਾਨ ਮੁੱਖ ਮੰਤਰੀ ਦੇ ਅਹੁਦੇ ਵਜੋਂ ਸ਼ਬਦ ਚੁੱਕਣਗੇ। ਸੋ ਲੇਕਿਨ ਉਹਨਾਂ ਦੇ ਸ਼ਬਦ ਗ੍ਰਹਿ ਤੋਂ ਪਹਿਲਾਂ ਜਦੋਂ ਕਿ ਉਹਨਾਂ ਨੇ ਸ਼ਬਦ ਚੁੱਕਣੀਆਂ, ਸਹੁੰ ਚੁੱਕਣੀ ਆਪਣੇ ਅਹੁਦੇ ਦੀ, ਉਸ ਤੋਂ ਪਹਿਲਾਂ ਹੀ ਉਹਨਾਂ ਨੂੰ ਇੱਕ ਵੱਡਾ ਫੈਸਲਾ ਵਾਪਸ ਲੈਣਾ ਪਿਆ ਹੈ, ਕਿਉਂਕਿ ਉਹਨਾਂ ਨੇ ਇੱਕ ਰੋਡ ਸ਼ੋਅ ਦੇ ਵਿੱਚ ਸਰਕਾਰੀ ਬੱਸਾਂ ਦੀ ਵਰਤੋਂ ਕੀਤੀ ਜੀ, ਜਿਸ ਨੂੰ ਲੈ ਕੇ ਵਿਰੋਧੀ ਪਾਰਟੀਆਂ ਵੱਲੋਂ ਉਹਨਾਂ ਦੇ ਉੱਪਰ ਵੱਡੇ ਹਮਲੇ ਕੀਤੇ ਗਏ ਸੀ। ਸੋ ਇਹਨਾਂ ਹਮਲਿਆਂ ਤੋਂ ਘਬਰਾਉਂਦੇ ਹੋਏ, ਡਰਦੇ ਹੋਏ ਇੱਕ ਫੈਸਲਾ ਵਾਪਸ ਲੈ ਲਿਆ ਗਿਆ ਕਿ ਜਦੋਂ 16 ਮਾਰਚ ਨੂੰ ਸਹੁੰ ਚੁੱਕ ਸਮਾਗਮ ਹੋਏਗਾ, ਉੱਥੇ ਜਿਹੜੇ ਵੀ ਲੋਕ ਪਹੁੰਚਣਗੇ ਸਹੁੰ ਚੁੱਕ ਸਮਾਗਮ ਦੇ ਵਿੱਚ, ਉਹਨਾਂ ਨੂੰ ਲਿਜਾਣ ਦੇ ਲਈ ਸਰਕਾਰੀ ਬੱਸਾਂ ਦੀ ਵਰਤੋਂ ਨਹੀਂ ਹੋਏਗੀ। ਸੋ ਫੈਸਲਾ ਵਾਪਸ ਲੈ ਲਿਆ। ਕਿਵੇਂ ਦੇਖ ਰਹੇ ਹੋ ਪੂਰੇ ਫੈਸਲੇ ਨੂੰ? लखविंदर जी, जिस दिन रोड शो अमृतसर विखे होया, उस दिन सरकारी बसां दे जिस तरीके नाल दुरवरतों होई, पब्लिक ट्रांसपोर्ट की, लोग किस तरीके नाल सड़कों ते खज्जल खुआर होंदे वेखे गए। हर चैनल ने और सब तो पहला साडे सहयोगी चैनल ने इस खबर को पब्लिश किया और लोगों को दिखाया कि किस तरीके नाल बस स्टैंडां दा हाल सी, किस तरीके नाल लोग जिहड़े सी एक थां तो दूजी थां पहुंचण वास्ते खज्जल खुआर होए। ਤਾਂ ਕੁਦਰਤੀ ਤੌਰ ਤੇ ਵਿਰੋਧੀ ਪਾਰਟੀਆਂ ਸੁਖਪਾਲ ਸਿੰਘ ਖਹਿਰਾ ਤੇ ਰਾਜਾ ਵੜਿੰਗ ਨੇ ਵੀ ਇਸ ਮੁੱਦੇ ਨੂੰ ਲਿਆ। ਉਹ ਆਮ ਆਦਮੀ ਪਾਰਟੀ ਜਿਹੜੀ ਕਹਿੰਦੀ ਕਿ ਅਸੀਂ ਲੋਕਾਂ ਦੀਆਂ ਸੁੱਖ ਸਹੂਲਤਾਂ ਵਾਸਤੇ ਆਏ ਆ, ਤੇ ਜੇਕਰ ਪਹਿਲੇ ਦਿਨ ਸਰਕਾਰ ਬਣਨ ਤੋਂ ਪਹਿਲਾਂ ਹੀ ਜੇਕਰ ਇਹ ਵੀ ਉਸੇ ਰਸਤੇ ਤੇ ਤੁਰ ਪਏ ਤਾਂ ਕੁਦਰਤੀ ਤੌਰ ਤੇ ਕਿਰਕਰੀ ਹੋਣੀ ਜਿਹੜੀ ਸੁਭਾਵਿਕ ਸੀ। ਹੁਣ 16 ਤਰੀਕ ਨੂੰ ਜਦੋਂ ਸਹੁੰ ਚੁੱਕ ਸਮਾਗਮ ਖਟਕੜ ਕਲਾਂ ਵਿਖੇ ਹੋਣਾ ਤੇ ਭਗਵੰਤ ਮਾਨ ਵੱਲੋਂ ਸਾਰੇ ਪੰਜਾਬ ਵਾਸੀਆਂ ਨੂੰ ਸੱਦਾ ਦਿੱਤਾ ਗਿਆ ਕਿ ਹਰ ਪਰਿਵਾਰ ਦਾ ਇੱਕ ਇੱਕ ਜੀ ਜਿਹੜੀ ਉਹ ਪੱਗ ਬੰਨ ਕੇ ਜਿਹੜੀ ਹੈਗੀ ਇਨਕਲਾਬੀ ਰੰਗ ਦੀ ਬੰਨ ਕੇ ਉੱਥੇ ਜਿਹੜਾ ਉਹ ਪਹੁੰਚੇ, ਤਾਂ ਕੁਦਰਤੀ ਤੌਰ ਤੇ ਉਹਨਾਂ ਨੂੰ ਪਹੁੰਚਾਉਣ ਵਾਸਤੇ ਉੱਥੇ ਤੱਕ ਲਿਜਾਣ ਵਾਸਤੇ ਜਿਹੜਾ ਇੰਤਜ਼ਾਮ ਸੀ ਪਹਿਲਾਂ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਸਰਕਾਰੀ ਬੱਸਾਂ ਰਾਹੀਂ ਜਿਹੜਾ ਉਹ ਕੀਤਾ ਗਿਆ ਸੀ। ਪਰ ਜਦੋਂ ਹੁਣ ਦਬਾਅ ਜਿਹੜਾ ਪਿਆ ਤਾਂ ਕੁਦਰਤੀ ਤੌਰ ਤੇ ਇਸ ਲੋਕਤੰਤਰੀ ਮਾਹੌਲ ਦੇ ਵਿੱਚ ਦਬਾਅ ਜਿਹੜਾ ਪੈਣਾ ਸੁਭਾਵਿਕ ਹੈਗਾ। ਇਹ ਵੀ ਦੱਸਿਆ ਗਿਆ ਕਿ 2 ਕਰੋੜ ਸਮਥਿੰਗ ਜਿਹੜਾ ਖਰਚਾ ਸੀ ਉਹ ਮਿਥਿਆ ਗਿਆ ਹੈ ਇਸ ਸਮਾਗਮ ਵਾਸਤੇ। ਤਾਂ ਜੇਕਰ ਆਮ ਆਦਮੀ ਪਾਰਟੀ ਆਪਣੇ ਆਪ ਨੂੰ ਇੰਨੀ ਸਧਾਰਨ ਰੱਖਦੀ, ਜੇ ਵਾਕਿਆ ਹੀ ਇੱਕ ਸੱਚੀ ਸੁੱਚੀ ਪ੍ਰਕਿਰਿਆ ਲੋਕਾਂ ਨੂੰ ਦਿਖਾਉਣੀ ਹੁੰਦੀ, ਤੇ ਇਹ ਜਿਹੜਾ ਸਹੁੰ ਚੁੱਕ ਸਮਾਗਮ ਆ ਇਹ ਰਾਜ ਭਵਨ ਦੇ ਵਿੱਚ ਵੀ ਹੋ ਸਕਦਾ ਸੀ। ਜੇਕਰ ਮੁੱਖ ਮੰਤਰੀ ਨੇ ਹੀ ਇਕੱਲੇ ਨੇ ਸਹੁੰ ਚੁੱਕਣੀ ਸੀ, ਇਹਨਾਂ ਤਾਮਝਾਮ ਕਰਨ ਦੀ ਵੀ ਲੋੜ ਨਹੀਂ। ਜੇਕਰ ਵਾਕਿਆ ਹੀ ਅਸੀਂ ਆਮ ਆਦਮੀ ਪਾਰਟੀ ਵਿੱਚੋਂ ਦਰਸਾਉਣਾ ਕਿ ਅਸੀਂ ਆਮ ਲੋਕਾਂ ਦੀ ਪਾਰਟੀ ਆ, ਅਸੀਂ ਕੋਈ ਇਹੋ ਜਿਹੇ ਖਰਚੇ ਨਹੀਂ ਕਰਨੇ, ਤਾਂ ਫਿਰ ਕੁਦਰਤੀ ਤੌਰ ਤੇ ਇਹਦੇ ਉੱਤੇ ਵੀ ਅੰਕੁਸ਼ ਜਿਹੜਾ ਉਹ ਲਗਾਇਆ ਜਾ ਸਕਦਾ ਸੀ। ਖੈਰ, ਹਰ ਪਾਰਟੀ ਜਿਹੜੀ ਆ ਜਦੋਂ ਵੀ ਸੱਤਾ ਚ ਆਉਂਦੀ ਤਾਂ ਸੱਤਾ ਦਾ ਸੁੱਖ ਤਾਂ
ਉਸਨੇ ਮੰਨਣਾ ਆ। ਪਰ ਜਿਸ ਤਰੀਕੇ ਦੇ ਨਾਲ ਹੁਣ ਕੱਲ ਨੂੰ ਜਿਹੜੀਆਂ ਸਰਕਾਰੀ ਬੱਸਾਂ ਦੀ ਜਿਹੜੀ ਵਰਤੋਂ ਹੋਣੀ ਆ ਉਹਦੇ ਉੱਤੇ ਲਿਆ ਗਿਆ ਫੈਸਲਾ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਜਿਹੜਾ ਵਾਪਸ ਲਿਆ ਆ, ਚੰਗੀ ਗੱਲ ਆ। ਇਸ ਦਾ ਤਾਂ ਸਾਫ਼ ਅਰਥ ਇਹੋ ਹੀ ਨਿਕਲਦਾ ਕਿ ਲੋਕ ਜਿਹੜੇ ਨੇ ਚੁਕੱਦੇ ਨੇ, ਲੋਕ ਸੁਚੇਤ ਨੇ। ਲੋਕਾਂ ਨੂੰ ਜਿਸ ਤਰੀਕੇ ਨਾਲ ਲੋਕਾਂ ਨੇ ਆਮ ਆਦਮੀ ਪਾਰਟੀ ਤੇ ਵਿਸ਼ਵਾਸ ਜਤਾਇਆ, ਇੱਕ ਕਲੀਅਰ ਕੱਟ ਮੈਂਡੇਟ ਜਿਹੜਾ ਉਹਨਾਂ ਨੂੰ ਦਿੱਤਾ, ਤਾਂ ਹੁਣ ਅਗਲੇ 16 ਤਰੀਕ ਤੋਂ ਬਾਅਦ ਜਦੋਂ ਮੁੱਖ ਮੰਤਰੀ ਭਗਵੰਤ ਮਾਨ ਹੋਣੀ ਸਾਹਮਣੇ ਹੋਣਗੇ, ਉਹਨਾਂ ਦੀ ਕੈਬਨਿਟ ਬਾਹਰ ਆਏਗੀ, ਉਹਨਾਂ ਤੇ ਦਬਾਅ ਹੋਰ ਵਧੇਗਾ। ਕਿਉਂਕਿ ਬਹੁਤ ਸਾਰੀਆਂ ਗਰੰਟੀਆਂ ਉਹਨਾਂ ਨੇ ਦਿੱਤੀਆਂ ਨੇ, ਬਹੁਤ ਸਾਰੇ ਵਾਅਦੇ ਲੋਕਾਂ ਨਾਲ ਕੀਤੇ ਨੇ, ਤਾਂ ਲੋਕਾਂ ਨੇ ਪਹਿਲੇ ਦਿਨ ਤੋਂ ਹੀ ਉਹਨਾਂ ਦੇ ਮਗਰ ਚੜ ਜਾਣਾ, ਵਿਰੋਧੀ ਪਾਰਟੀਆਂ ਨੇ ਚੜ ਜਾਣਾ। ਸੋ ਪਹਿਲੇ 6 ਮਹੀਨੇ ਜਿਹੜੇ ਆਮ ਆਦਮੀ ਪਾਰਟੀ ਵਾਸਤੇ ਇੱਕ ਅਗਨੀ ਪ੍ਰੀਖਿਆ ਹੋਵੇਗੀ। ਇਸ ਅਗਨੀ ਪ੍ਰੀਖਿਆ 'ਚ ਉਹ ਕਿੱਥੋਂ ਤੱਕ ਕਾਮਯਾਬ ਹੁੰਦੇ ਆ ਜਾਂ ਕਿੱਥੋਂ ਤੱਕ ਕਾਮਯਾਬ ਨਹੀਂ ਹੁੰਦੇ, ਇਹ ਵਕਤ ਦੱਸੇਗਾ। ਪਰ ਜਿਸ ਤਰੀਕੇ ਦੇ ਨਾਲ ਆਮ ਆਦਮੀ ਪਾਰਟੀ ਦੇ ਹੋਂਦ ਸਰਕਾਰ ਬਣਨ ਤੋਂ ਪਹਿਲਾਂ ਹੀ ਜਿਹੜੇ ਇਹਨਾਂ ਦੇ ਵਿਧਾਇਕ ਨੇ, ਇਹਨਾਂ ਨੇ ਸਿਰਫ 2 ਚੀਜ਼ਾਂ ਨੂੰ ਟਾਰਗੇਟ ਕਰਨਾ, ਇੱਕ ਹਸਪਤਾਲਾਂ ਨੂੰ ਤੇ ਦੂਜਾ ਸਕੂਲਾਂ ਨੂੰ। ਜੀ ਹਰ ਵਿਧਾਇਕ ਕਦੇ ਕਿਸੇ ਹਸਪਤਾਲ 'ਚ ਛਾਪਾ ਮਾਰਨ ਜਾ ਰਿਹਾ, ਦੂਜਾ ਕਿਸੇ ਸਕੂਲ 'ਚ ਜਾ ਰਿਹਾ। ਹੁਣ ਪ੍ਰਸ਼ਨ ਲਖਵਿੰਦਰ ਜੀ ਇਹ ਪੈਦਾ ਹੁੰਦਾ ਕਿ ਕੇਵਲ ਇਹੋ 2 ਅੱਡੇ ਨੇ, ਅੱਡਾ ਸ਼ਬਦ ਮੈਂ ਗਲਤ ਵਰਤ ਰਿਹਾ ਕਿ ਇਹੋ 2 ਸਥਾਨ ਨੇ ਕਿ ਜਿੱਥੇ ਭ੍ਰਿਸ਼ਟਾਚਾਰ ਹੁੰਦਾ। ਹੁਣ ਸਕੂਲ ਦੇ ਵਿੱਚ ਕੀ ਭ੍ਰਿਸ਼ਟਾਚਾਰ ਹੋਏਗਾ? ਇੱਕ ਅਧਿਆਪਕ ਲੇਟ ਆ ਸਕਦਾ, ਠੀਕ ਹੈ, ਪਰ ਜਿੱਥੇ ਭ੍ਰਿਸ਼ਟਾਚਾਰ ਦੇ ਅੱਡੇ ਨੇ ਉੱਥੇ ਤੱਕ ਅਜੇ ਤੱਕ ਕੋਈ ਵੀ ਵਿਧਾਇਕ ਨੇ ਮੂੰਹ ਨਹੀਂ ਕੀਤਾ। ਮੇਰਾ ਕਹਿਣ ਦਾ ਮਤਲਬ ਤਹਿਸੀਲ, ਕਚਹਿਰੀਆਂ, ਜੇਲ੍ਹ, ਇਹੋ ਜਿਹੇ ਮਹਿਕਮੇ ਨੇ ਜਿੱਥੇ ਰਿਸ਼ਵਤਖੋਰੀ ਸ਼ਰੇਆਮ ਚੱਲਦੀ, ਪਟਵਾਰੀਆਂ ਦਾ ਕਿਤੇ ਵੀ ਅਜੇ ਤੱਕ ਕਿਸੇ ਵੀ ਵਿਧਾਇਕ ਨੇ ਉੱਥੇ ਜਾਣ ਦਾ ਸਬੱਬ ਜਿਹੜਾ ਨਹੀਂ ਬਣਾਇਆ। ਉਲਟਾ ਸਿਰਫ ਤੇ ਸਿਰਫ ਹਸਪਤਾਲਾਂ ਦੇ ਵਿੱਚ ਡਾਕਟਰ ਚੈੱਕ ਕੀਤੇ ਜਾ ਰਹੇ ਆ ਤੇ ਦੂਜੇ ਪਾਸੇ ਸਕੂਲਾਂ ਦੇ ਅਧਿਆਪਕਾਂ ਦੇ ਆਲੇ ਦੁਆਲੇ ਸਫਾਈ ਕੀਤੀ ਜਾ ਰਹੀ ਹੈ। ਚਲੋ ਉਹ ਵੀ ਚੈੱਕ ਕਰਨਾ ਵਾਜਬ ਆ, ਪਰ ਇਹਨਾਂ ਵਿਧਾਇਕਾਂ ਦੇ ਜਿਹੜੇ ਉੱਥੇ ਜਾ ਕੇ ਬੋਲ ਨੇ, ਜਿਹੜੇ ਉੱਥੇ ਜਾ ਕੇ ਇਹ ਧਮਕੀਆਂ ਦੇ ਰਹੇ ਨੇ ਕਿ ਮੈਂ ਟੰਗ ਦੂੰਗਾ, ਮੈਂ ਮਾਫ ਨਹੀਂ ਕਰੂੰਗਾ, ਇਹ ਪਹਿਲੀ ਕਾਰਵਾਈ ਆ। ਇਹ ਘੱਟੋ ਘੱਟ ਇਹਨਾਂ ਵਿਧਾਇਕਾਂ ਨੂੰ ਆਮ ਆਦਮੀ ਪਾਰਟੀ ਦੀ ਜਿਹੜੀ ਕੋਈ ਕੋਰ ਕਮੇਟੀ, ਉਸ ਨੂੰ ਥੋੜੀ ਜਿਹੀ ਸਿੱਖਿਆ ਦੇ ਦੇਣੀ ਚਾਹੀਦੀ। ਤੁਸੀਂ ਛਾਪੇ ਮਾਰਨੇ ਆ, ਛਾਪੇ ਮਾਰੋ, ਪਰ ਘੱਟੋ ਘੱਟ ਆਪਣੇ ਬੋਲ ਜਿਹੜੇ ਨੇ ਉਹ ਠੀਕ ਰੱਖੋ। ਤੁਸੀਂ ਲੋਕਾਂ ਦੇ ਉਸੇ ਤਰੀਕੇ ਦੇ ਨੁਮਾਇੰਦੇ ਜਿਹੜੇ ਅੱਜ ਤੋਂ 70 ਸਾਲ ਪਹਿਲਾਂ ਚੁਣੇ ਗਏ ਨੇ। ਤੁਸੀਂ ਉੱਤੇ ਤੁਹਾਨੂੰ ਕੋਈ ਸੁਰਖਾਬ ਦੇ ਪਰ ਨਹੀਂ ਲੱਗੇ, ਠੀਕ ਆ, ਤੁਹਾਡਾ ਜੇ ਹੱਕ ਹੈਗਾ, ਤੁਸੀਂ ਜਾ ਕੇ ਚੈੱਕ ਕਰ ਸਕਦੇ ਜੇ, ਪਰ ਚੈੱਕ ਕਰਨ ਤੋਂ ਸਮੇਂ ਤੁਹਾਡੀ ਬੋਲ ਜਿਹੜੇ ਨੇ ਉਹ ਮਰਿਆਦਾ ਵਾਲੇ ਹੋਣੇ ਚਾਹੀਦੇ ਨੇ। ਤੁਸੀਂ ਕਿਸੇ ਨੂੰ ਟੰਗ ਨਹੀਂ ਸਕਦੇ, ਤੁਸੀਂ ਕਿਸੇ ਨੂੰ ਮਾਫ ਕਰਨ ਵਾਲੇ ਨੂੰ ਮਾਫ ਕਰਨਾ, ਨਾ ਮਾਫ ਕਰਨਾ ਇਹ ਕਾਨੂੰਨ ਦੀ ਪ੍ਰਕਿਰਿਆ ਹੈ। ਕਿਸੇ ਖਿਲਾਫ ਜਿਹੜੀ ਕਾਰਵਾਈ ਕਰਨੀ ਕਰੋ, ਪਰ ਦੂਜੇ ਪਾਸੇ ਆਪਣੇ ਬੋਲ ਜਿਹੜੇ ਨੇ ਉਹ ਮਰਿਆਦਾ ਸਹਿਤ ਰੱਖੋ। ਨਾਲ ਜਿਹੜੀ ਤੁਹਾਡੀ ਚੰਡਾਲ ਚੌਂਕੜੀ ਜਾਂਦੀ, ਚੰਡਾਲ ਚੌਂਕੜੀ ਸ਼ਬਦ ਮੈਂ ਤਾਂ ਕਹਿ ਰਿਹਾ ਕਿ ਐਮਐਲਏ ਇੱਕ ਹੁੰਦਾ, ਨਾਲ ਜਿਹੜੇ 36 ਉਹਦੇ ਹਮੈਤੀ ਉਸੇ ਤਰੀਕੇ ਦੀ ਪ੍ਰਵਿਰਤੀ ਹੋਗੀ ਜਿਸ ਤਰੀਕੇ ਦੀਆਂ ਰਵਾਇਤੀ ਪਾਰਟੀਆਂ ਦੇ ਵਿਧਾਇਕ। ਉਹਨਾਂ ਨੇ ਤੇ ਚਲੋ ਜਾਣਾ ਨਹੀਂ ਸੀ, ਉਹ ਤੇ ਜਾਂਦੇ ਨਹੀਂ ਰਹੇ, ਪਰ ਇਹ ਜਾਂਦੇ ਨਾਲ ਹੋਰ ਬੰਦੇ ਜਾਂਦੇ ਆ। ਠੀਕ ਆ, ਸਕੂਲ ਕਾਲਜ ਮਤਲਬ ਭ੍ਰਿਸ਼ਟਾਚਾਰ ਦੇ ਉਹ ਏਡੇ ਅੱਡੇ ਨਹੀਂ। ਜਿਹੜੀਆਂ ਤਹਿਸੀਲਾਂ ਨੇ ਘੱਟੋ ਘੱਟ ਕੋਈ ਇੱਕ ਅੱਧੀ ਤਹਿਸੀਲ ਦੇ ਵਿੱਚ ਛਾਪਾ ਮਾਰ ਦੋ, ਕਿਸੇ ਪਟਵਾਰੀ ਨੂੰ ਫੜ ਦੋ, ਕਿਸੇ ਤਹਿਸੀਲਦਾਰ ਨੂੰ ਵੇਖ ਲਓ। ਜੇ ਵਾਕਿਆ ਹੀ ਤੁਸੀਂ ਕਰਪਸ਼ਨ ਮਟਾਉਣੀ ਆ ਤੇ ਜੇਕਰ ਆਮ ਮੁਲਾਜ਼ਮਾਂ ਨੂੰ ਤੰਗ ਕਰਨਾ ਤੇ ਸ਼ੁਰੂ ਦੇ ਵਿੱਚ ਹੀ ਇਸ ਤਰੀਕੇ ਨਾਲ ਹੋਵੇ ਕਿ ਉਹ ਮੁਲਾਜ਼ਮ ਵਰਗ ਜਿਹੜੇ ਤੁਹਾਡੇ ਤੇ ਇੰਨਾ ਕੁਝ ਕਰਕੇ ਤੁਹਾਡੇ ਤੇ ਵਿਸ਼ਵਾਸ ਜਤਾਇਆ, ਕੱਲ ਨੂੰ ਤੁਹਾਨੂੰ ਲੈਣੇ ਦੇ ਦੇਣੇ ਪੈ ਜਾਣ। ਠੀਕ ਆ, ਤੁਹਾਨੂੰ ਭ੍ਰਿਸ਼ਟਾਚਾਰ ਠੀਕ ਕਰਨਾ ਚਾਹੀਦਾ, ਇੱਕ ਸਿਸਟਮ ਨੂੰ ਠੀਕ ਕਰਨਾ ਚਾਹੀਦਾ, ਪਰ ਸਿਸਟਮ ਠੀਕ ਕਰਦੇ ਕਰਦੇ ਕਿਤੇ ਮੁਲਾਜ਼ਮ ਵਰਗ ਦੀ ਨਾਰਾਜ਼ਗੀ ਮੋੜਨ ਲੈ ਲਿਓ, ਜਿਸ ਤਰੀਕੇ ਦੇ ਆਸਾਰ ਜਿਹੜੇ ਬਣਨੇ ਸ਼ੁਰੂ ਹੋ ਗਏ ਨੇ। ਜੀ ਹਾਂ ਸਰ, ਬਿਲਕੁਲ ਸਰ, ਬਿਲਕੁਲ। ਵਿਰੋਧੀ ਪਾਰਟੀਆਂ ਵੀ ਇਹੀ ਗੱਲ ਕਹਿ ਰਹੀਆਂ ਨੇ ਵੀ ਤੁਸੀਂ ਆਪਣੇ ਆਪ ਨੂੰ ਇੱਕ ਬਦਲਾਅ ਦੇ ਵਜੋਂ ਪੇਸ਼ ਕਰ ਰਹੇ ਹੋ। ਲੋਕਾਂ ਦੇ ਵਿੱਚ ਇਹ ਗੱਲ ਕਹੀ ਸੀ ਅਸੀਂ ਵਿਰੋਧੀ ਬਲਕਿ ਰਵਾਇਤੀ ਪਾਰਟੀਆਂ ਤੋਂ ਵੱਖਰੇ ਹਾਂ, ਲੇਕਿਨ ਕੰਮ ਤੁਸੀਂ ਵੀ ਉਵੇਂ ਸ਼ੁਰੂ ਕਰਤੇ ਨੇ। ਤੁਸੀਂ ਵੀ ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਸ਼ੁਰੂ ਕਰ ਦਿੱਤੀ ਹੈ, ਲੇਕਿਨ ਸਹੁੰ ਚੁੱਕਣ ਤੋਂ ਪਹਿਲਾਂ ਇੱਕ ਫੈਸਲਾ ਜੋ ਇਹ ਵਾਪਸ ਲੈ ਲਿਆ ਗਿਆ। ਦੇਖਦੇ ਹਾਂ ਇਹ ਫੈਸਲੇ ਦਾ ਅਸਰ ਆਉਣ ਵਾਲੇ ਦਿਨਾਂ ਵਿੱਚ ਸਰਕਾਰ ਦੇ ਉੱਪਰ ਕਿਸ ਤਰ੍ਹਾਂ ਦਾ ਪੈਣ ਵਾਲਾ ਹੈ। ਹੁਣ ਆਪਾਂ ਗੱਲ ਕਰੀਏ ਜੀ ਕਾਂਗਰਸ ਦੀ, ਗੱਲ ਕਰੀਏ ਨਵਜੋਤ ਸਿੰਘ ਸਿੱਧੂ ਦੀ। ਨਵਜੋਤ ਸਿੰਘ ਸਿੱਧੂ ਜਿਨ੍ਹਾਂ ਨੇ ਕਿ ਹਾਰ ਦੀ ਜ਼ਿੰਮੇਵਾਰੀ ਲੈਂਦੇ ਹੋਏ ਨੈਤਿਕਤਾ ਦੇ ਆਧਾਰ ਤੇ ਉੱਪਰ ਆਪਣੀ ਪ੍ਰਧਾਨਗੀ ਤੋਂ ਅਸਤੀਫਾ ਨਹੀਂ ਦਿੱਤਾ, ਲੇਕਿਨ ਜੇਕਰ ਗੱਲ ਕਰੀਏ ਉਹਨਾਂ ਦੇ ਹੀ ਆਪਣੇ ਲੀਡਰਾਂ ਦੀ, ਕਾਂਗਰਸ ਦੇ ਲੀਡਰਾਂ ਦੀ ਲਗਾਤਾਰ ਦਬਾਅ ਬਣਾ ਰਹੇ ਨੇ। ਤੇ ਨਾਲ ਹੀ ਨਾਲ CWE ਦੇ ਵਿੱਚ ਉੱਥੇ ਵੀ ਇਹ ਗੱਲ ਚੱਲੀ ਸੀ ਕਿ ਪ੍ਰਧਾਨਗੀ ਦੀ ਜੋ ਕੁਰਸੀ ਹੈ ਉਹ ਖਾਲੀ ਕਰਾ ਕੇ ਨਵਾਂ ਪ੍ਰਧਾਨ ਥਾਪ ਦੇਣਾ ਚਾਹੀਦਾ ਹੈ। ਸੋ ਨਵਜੋਤ ਸਿੰਘ ਸਿੱਧੂ ਨੂੰ ਛੱਡ ਦੇਣੀ ਪਵੇਗੀ, ਇਹ ਗੱਲ ਬਿਲਕੁਲ ਕਲੀਅਰ ਹੋ ਚੁੱਕੀ ਹੈ ਜੀ। ਸੋ ਨਵੇਂ ਨਾਵਾਂ ਦੇ ਉੱਪਰ ਵੀ ਚਰਚਾ ਸ਼ੁਰੂ ਹੋ ਚੁੱਕੀ ਹੈ, ਜਿਵੇਂ ਕਿ ਸੁਨੀਲ ਜਾਖੜ ਜੀ ਵੱਲੋਂ ਕਿਹਾ ਗਿਆ ਸੀ ਕਿ ਹਾਈ ਕਮਾਂਡ ਨੇ ਸਿੱਖ ਚਿਹਰੇ ਵਾਲਾ ਵੀ ਪੱਤਾ ਖੇਡ ਕੇ ਦੇਖ ਲਿਆ, ਦਲਿਤ ਚਿਹਰੇ ਵਾਲਾ ਪੱਤਾ ਖੇਡ ਕੇ ਦੇਖ ਲਿਆ। ਸੋ ਉਹ ਇਹ ਕਹਿੰਦੇ ਨਜ਼ਰ ਆਏ ਨੇ ਕਿ ਹੁਣ ਜਿਹੜੀ ਪ੍ਰਧਾਨਗੀ ਹੈ ਕਿਸੇ ਹਿੰਦੂ ਚਿਹਰੇ ਵੱਲ ਦੇ ਦੇਣੀ ਚਾਹੀਦੀ ਆ। ਕਿਹੜੇ ਕਿਹੜੇ ਉਹ ਨਾਂ ਨੇ ਜਿਨ੍ਹਾਂ ਦੇ ਉੱਪਰ ਚਰਚਾਵਾਂ ਸ਼ੁਰੂ ਹੋ ਚੁੱਕੀਆਂ ਨੇ, ਜਾਂ ਉਹ ਕਿਹੜਾ ਚਿਹਰਾ ਹੋਏਗਾ ਜਿਹੜਾ ਨਵਾਂ ਪ੍ਰਧਾਨ, ਕਿਉਂਕਿ ਪ੍ਰਧਾਨਗੀ ਜਾਣੀ ਤੈਅ ਹੈ ਨਵਜੋਤ ਸਿੰਘ ਸਿੱਧੂ ਦੀ, ਕਿਹੜਾ ਉਹ ਚਿਹਰਾ ਹੋ ਸਕਦਾ ਹੈ ਜਿਹੜਾ ਨਵਾਂ ਪ੍ਰਧਾਨ ਹੋਏਗਾ ਪੰਜਾਬ ਕਾਂਗਰਸ ਦਾ?
ਲਖਵਿੰਦਰ ਜੀ, ਜੇਕਰ ਤੁਸੀਂ ਸੁਨੀਲ ਜਾਖੜ ਦੀ ਗੱਲ ਕਰਦੇ ਜੇ ਜੀ ਤਾਂ ਸੁਨੀਲ ਜਾਖੜ ਉਹ ਲੀਡਰ ਆ ਜਿਹੜਾ ਦੋ ਫਸਲਾ ਲੀਡਰ, ਜਿਹੜਾ ਗੱਲ ਕੋਈ ਕਰਦਾ ਤੇ ਕਹਿੰਦਾ ਕੁਝ ਆ ਤੇ ਕਰਦਾ ਕੁਝ ਆ। ਪੰਜਾਬ ਕਾਂਗਰਸ ਦੀਆਂ ਬੇੜੀਆਂ 'ਚ ਵੱਟੇ ਜਿੰਨੇ ਸੁਨੀਲ ਜਾਖੜ ਦੇ ਚੋਣਾਂ ਦੇ ਸਮੇਂ ਦੌਰਾਨ ਪਾਏ, ਤੇ ਮੇਰਾ ਨਹੀਂ ਖਿਆਲ ਕਿਸੇ ਹੋਰ ਲੀਡਰ ਨੇ ਬੇਸ਼ੱਕ ਇੰਨਾ ਵੱਡਾ ਰੋਲ, ਬੇਸ਼ੱਕ ਕਾਂਗਰਸ ਦੇ ਵਿੱਚ ਅੰਦਰੂਨੀ ਖਹਿਬਾਜ਼ੀ ਬੜੀ ਜ਼ੋਰਾਂ ਤੇ ਸੀ, ਇੱਕ ਨੇਤਾ ਦੂਜੇ ਨੇਤਾ ਦੇ ਖਿਲਾਫ ਸੀ, ਪਰ ਜਿਹੜਾ ਬੇੜਾ ਗਰਕ ਕਾਂਗਰਸ ਪਾਰਟੀ ਦਾ ਸੁਨੀਲ ਜਾਖੜ ਨੇ ਕੀਤਾ, ਮੇਰਾ ਨਹੀਂ ਖਿਆਲ ਕਿਸੇ ਹੋਰ ਨੇ ਕੀਤਾ ਹੋਵੇ। ਉਸ ਵਕਤ ਜਦੋਂ ਚੋਣ ਪ੍ਰਕਿਰਿਆ ਪੂਰਨ ਤੌਰ ਤੇ ਤੇਜ਼ ਸੀ, ਚੋਣ ਮੁਹਿੰਮ ਆਪਣੇ ਸਿਖਰ ਤੇ ਸੀ, ਉਸ ਵਕਤ ਸੁਨੀਲ ਜਾਖੜ ਵੱਲੋਂ ਦਿੱਤਾ ਗਿਆ ਬਿਆਨ ਅੰਬਿਕਾ ਸੋਨੀ ਦੇ ਸਬੰਧ ਦੇ ਵਿੱਚ ਕਿ ਮੈਨੂੰ ਮੁੱਖ ਮੰਤਰੀ ਨਹੀਂ ਬਣਾਇਆ ਗਿਆ, ਕਿ ਮੈਂ ਹਿੰਦੂ ਸਾਂ, ਮੇਰਾ ਹਿੰਦੂ ਹੋਣ ਕਰਕੇ ਵਿਰੋਧ ਕੀਤਾ ਗਿਆ, ਇਸ ਨੇ ਕਾਂਗਰਸ ਤੇ ਸ਼ਹਿਰੀ ਵਰਗ ਤੇ ਚੋਟ ਪਾਈ ਤੇ ਸੁਨੀਲ ਜਾਖੜ ਦੇ ਉਹ ਚਾਲ ਚੱਲੀ ਕਿ ਜੇਕਰ ਮੈਂ ਨਹੀਂ ਤਾਂ ਫਿਰ ਕਿਸੇ ਨੂੰ। ਤੇ ਅੱਜ ਦੀ ਤਰੀਕ ਦੇ ਵਿੱਚ ਜਾਂ ਕੱਲ ਵੀ ਸੁਨੀਲ ਜਾਖੜ ਅੰਬਿਕਾ ਸੋਨੀ ਤੇ ਵਰੇ ਨੇ। ਤੇ ਇਹ ਜਿਹੜਾ ਬਿਆਨ ਤੁਸੀਂ ਦੱਸ ਰਹੇ ਜੀ, ਇਹ ਬਿਆਨ ਵੀ ਕੇਵਲ ਤੇ ਕੇਵਲ ਆਪਣਾ ਅੰਦਰਲਾ ਦਰਦ ਕੱਢਣ ਵਾਸਤੇ ਉਹਨਾਂ ਨੇ ਕੀਤਾ। ਮੈਨੂੰ ਇਹ ਸਮਝ ਨਹੀਂ ਆਉਂਦੀ ਕਿ ਸੁਨੀਲ ਜਾਖੜ ਵਰਗਾ ਬੰਦਾ ਜਿਹੜਾ ਇੰਨੀ ਗੱਲ ਕਹਿ ਚੁੱਕਾ ਚੋਣਾਂ ਦੇ ਦਰਮਿਆਨ ਕਿ ਮੈਂ ਸਰਗਰਮ ਸਿਆਸਤ ਤੋਂ ਸੰਨਿਆਸ ਲੈਦਾ, ਮੈਂ ਸਾਈਡ ਤੇ ਹੁੰਦਾ ਜੀ। ਜੇ ਭਲਿਆ ਮਾਨਸਾ ਤੋਂ ਸਰਗਰਮ ਸਿਆਸਤ ਤੋਂ ਸੰਨਿਆਸ ਲੈ ਲਿਆ, ਫਿਰ ਤੈਨੂੰ ਕਾਂਗਰਸ ਪਾਰਟੀ ਢੱਠੇ ਖੂਜ ਪਵੇ, ਉਹ ਪ੍ਰਧਾਨ ਸਿੱਖ ਬਣਾਉਣ, ਦਲਿਤ ਬਣਾਉਣ, ਹਿੰਦੂ ਬਣਾਉਣ, ਤੈਨੂੰ ਕਿਸ ਗੱਲ ਦੀ ਸਮੱਸਿਆ? ਜਦੋਂ ਤੁਸੀਂ ਚੋਣਾਂ ਦੇ ਵਿੱਚ ਕੋਈ ਹਿੱਸਾ ਨਹੀਂ ਲਿਆ, ਚੋਣ ਪ੍ਰਕਿਰਿਆ ਦਾ ਇੱਕ ਹਿੱਸਾ ਨਹੀਂ ਬਣੇ, ਰਾਜ ਸਭਾ ਦੀ ਮੈਂਬਰੀ ਤੇ ਤੁਹਾਡੀ ਅੱਖ ਸੀ, ਉਹ ਵੀ ਸ਼ਾਇਦ ਤੁਹਾਨੂੰ ਹੁਣ ਨਹੀਂ ਮਿਲਣੀ, ਤਾਂ ਫਿਰ ਇਹੋ ਜਿਹੇ ਬੋਲ ਕਬੂਲ ਬੋਲ ਕੇ ਤੁਸੀਂ ਆਪਣੀ ਹਾਜ਼ਰੀ ਜਿਹੜੀ ਹੈ ਪੰਜਾਬ ਦੀ ਜਨਤਾ 'ਚ ਕਿਸ ਪੱਧਰ ਤੇ ਲਵਾ ਰਹੇ ਜੀ? ਇਹ ਵੀ ਇੱਕ ਗੱਲ ਵੱਖਰੀ ਹੈ। ਹੁਣ ਤੁਸੀਂ ਇਹ ਜਿਹੜੀ ਗੱਲ ਪ੍ਰਸ਼ਨ ਜਿਹੜਾ ਮੈਂ ਪੁੱਛਿਆ, ਇਹ ਸੁਨੀਲ ਜਾਖੜ ਦੇ ਆਪਣੇ ਉਸ ਅੰਦਰਲੇ ਦਰਦ ਨੂੰ ਯਾਦ ਕਰ, ਉਹਨੂੰ ਦੱਸਦਾ ਕਿ ਕਿਸ ਤਰੀਕੇ ਨਾਲ ਮੁੱਖ ਮੰਤਰੀ ਬਣਦੇ ਸਮੇਂ ਅਖੀਰ ਤੱਕ ਉਹ ਰਹਿ ਗਿਆ। ਹੁਣ ਸੁਨੀਲ ਜਾਖੜ ਦਾ ਆਪਣਾ ਆਧਾਰ ਕਿੰਨਾ ਦਾ, ਜਿਹੜਾ ਕਾਂਗਰਸ ਦੀ ਹਨੇਰੀ ਦੇ ਵਿੱਚ ਵੀ ਵਿਧਾਇਕ ਦੀ ਚੋਣ ਹਾਰ ਗਿਆ, ਜਦੋਂ ਲੋਕ ਸਭਾ ਦੀ ਚੋਣ ਹੋਣੀ ਉਦੋਂ ਵੀ ਹਾਰ ਗਿਆ, ਤਾਂ ਇਹ ਕਿਸ ਪੱਧਰ ਦਾ ਪ੍ਰਵਾਨਿਤ ਲੀਡਰ ਹੈਗਾ, ਇਹ ਤੋਂ ਇੱਥੋਂ ਮਹਿਸੂਸ ਹੋ ਜਾਂਦਾ। ਪਰ ਉਸ ਦੇ ਬਾਅਦ ਨਾਲ ਹੀ ਜਿਹੜੀ ਉਸਦੀ ਬੇਲੋੜੀ ਬਿਆਨਬਾਜ਼ੀ ਸੀ, ਜਿਹੜੀ ਉਸ ਵਕਤ ਉਸਨੇ ਕੀਤੀ ਜਦੋਂ ਚੋਣ ਪ੍ਰਚਾਰ ਸਿਖਰ ਤੇ ਸੀ, ਸ਼ਾਇਦ ਉਨੀ ਸੱਟ ਨਵਜੋਤ ਸਿੱਧੂ ਦੀ ਬੋਲਬਾਣੀ ਨੇ ਨਹੀਂ ਮਾਰੀ ਜਿੰਨੀ ਸੱਟ ਜਿਹੜੀ ਆ ਸੁਨੀਲ ਜਾਖੜ ਦੇ ਇਸ ਬਿਆਨ ਨੇ ਸ਼ਹਿਰੀ ਵਰਗ ਨੂੰ, ਜਿਹੜਾ ਸੀ ਆਪਣੇ ਹਿੰਦੂ ਵਰਗ ਨੂੰ ਹੀ ਕਹਿ ਸਕਦੇ ਇਹਦੇ ਸ਼ਬਦਾਂ 'ਚ ਕਾਂਗਰਸ ਤੋਂ ਦੂਰ ਕੀਤਾ ਜੀ। ਤਾਂ ਸੋ ਜੇਕਰ ਹੁਣ ਇੰਨੀ ਗੱਲ ਕਹਿ ਰਹੇ ਕਿ ਪ੍ਰਧਾਨ ਬਦਲ ਦੇਣਾ ਚਾਹੀਦਾ, ਪ੍ਰਧਾਨ ਹਿੰਦੂ ਹੋਣਾ ਚਾਹੀਦਾ, ਕਦੇ ਭਾਰਤ ਭੂਸ਼ਣ ਆਸ਼ੂ ਦਾ ਨਾਮ ਲੈਂਦੇ ਨੇ ਕਿ ਉਹਨੂੰ ਬਣਾ ਦਿਓ, ਕਹਿਣਾ ਤਾਂ ਇਹ ਚਾਹੁੰਦਾ ਕਿ ਪ੍ਰਧਾਨ ਕੀ ਮੈਨੂੰ ਦਿਓ, ਇੰਨੀ ਗੱਲ ਉਹ ਕਹਿ ਨਹੀਂ ਸਕਦਾ, ਕਿਉਂਕਿ ਜੇਕਰ ਕਹੂਗਾ ਤਾਂ ਉਹ ਫਿਰ ਲੋਕਾਂ ਨੇ ਕਹਿਣਾ ਕਿ ਇੱਕ ਪਾਸੇ ਤਾਂ ਤੂੰ ਸਿਆਸਤ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਚੁੱਕਾ। ਸੋ ਹਿੰਦੂ ਵਰਗ ਦੀ ਗੱਲ ਕਰਦੇ ਆ, ਉਹ ਫਿਰ ਆਪਣੇ ਆਪ ਨੂੰ ਹਿੰਦੂਆਂ ਦੇ ਵਿੱਚ ਇੱਕ ਪ੍ਰਮਾਣਿਤ ਲੀਡਰ ਵਜੋਂ ਪੇਸ਼ ਕਰਨਾ ਚਾਹੁੰਦਾ। ਕਹਿਣ ਦਾ ਮਤਲਬ ਇਹੋ ਹੀ ਹੈ ਕਿ ਇੱਕ ਵਾਰੀ ਪ੍ਰਧਾਨ ਦੁਬਾਰਾ ਮੈਨੂੰ ਬਣਾ ਦਿਓ। ਤਾਂ ਬੰਦਾ ਪੁੱਛਿਆ 4.5 ਸਾਲ ਦੌਰਾਨ ਜਦੋਂ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਰਹੀ ਸੀ, ਉਸ ਵੇਲੇ ਤੂੰ ਪ੍ਰਧਾਨ ਸਾਂ, ਤਾਂ ਉਸ ਵਕਤ ਕਿਹੜੇ ਜਿਹੜਾ ਕੱਦੂ ਚ ਤੀਰ ਤੁਹਾਡੇ ਵੱਲੋਂ ਮਾਰਿਆ, ਜਾਂ ਉਸ ਵੇਲੇ ਹਿੰਦੂ ਵਰਗ ਕਿੰਨੀਆਂ ਦਾ ਵੋਟਾਂ ਤੁਹਾਡੇ ਪਿੱਛੇ ਸਨ? ਉਸ ਵੇਲੇ ਕੈਪਟਨ ਅਮਰਿੰਦਰ ਸਿੰਘ ਦੀ ਹਾਂ ਦੇ ਵਿੱਚ ਹਾਂ ਮਿਲਾਉਂਦਾ ਹਮੇਸ਼ਾ ਨਜ਼ਰ ਆਇਆ, ਕਦੇ ਕੈਪਟਨ ਅਮਰਿੰਦਰ ਸਿੰਘ ਦੇ ਸਾਹਮਣੇ ਜਾ ਕੇ ਇਸਨੇ ਜ਼ੁਬਾਨ ਤੱਕ ਨਹੀਂ ਸੀ ਖੋਲੀ। ਸੋ ਸੁਨੀਲ ਜਾਖੜ ਦੇ ਬਿਆਨ ਜਿਹੜੇ ਨੇ, ਕੱਲ ਦਾ ਬਿਆਨ ਵੀ ਜਿਹੜਾ ਬਿਆਨ ਸੀ ਅੰਬਿਕਾ ਸੋਨੀ ਦੇ ਖਿਲਾਫ ਆਇਆ, ਕਿਉਂਕਿ ਅੰਬਿਕਾ ਸੋਨੀ ਨੇ ਹੀ ਸਭ ਤੋਂ ਪਹਿਲਾਂ ਵਿਰੋਧ ਕੀਤਾ ਸੀ ਕਿ ਪੰਜਾਬ ਦੇ ਵਿੱਚ ਜੱਟ ਸਿੱਖ ਹੀ ਮੁੱਖ ਮੰਤਰੀ ਹੋਣਾ ਚਾਹੀਦਾ। ਇਸੇ ਕਰਕੇ ਉਹ ਗੱਲ ਕਹਿੰਦਾ ਕਿ ਦਲਿਤ ਬਣਾ ਕੇ ਵੇਖ ਲਿਆ, ਜੱਟ ਵੀ ਬਣਾ ਕੇ ਵੇਖ ਲਿਆ, ਹੁਣ ਕਿਸੇ ਹਿੰਦੂ ਨੂੰ ਬਣਾ ਦਿਓ। ਤੇ ਜੇਕਰ ਸੁਨੀਲ ਜਾਖੜ ਨੇ ਹਿੰਦੂਆਂ ਦੀ ਗੱਲ ਕਰਦੀ ਹੈ, ਫਿਰ ਭਾਰਤੀ ਜਨਤਾ ਪਾਰਟੀ 'ਚ ਚੱਲ ਜੇ, ਉੱਥੇ ਦਰਵਾਜ਼ੇ ਖੁੱਲੇ ਨੇ, ਅਗਲੇ ਮੁੱਖ ਮੰਤਰੀ ਦਾ ਨਾਮ ਵੀ ਇਹਨੂੰ ਕਰ ਸਕਦੇ ਆ। ਸੋ ਸੁਨੀਲ ਜਾਖੜ ਦੇ ਇਹ ਬੇਲੋੜੇ ਬਿਆਨ ਕਾਂਗਰਸ ਦੀਆਂ ਬੇੜੀਆਂ 'ਚ ਵੱਟੇ ਪਾਉਣ ਵਾਸਤੇ ਬਹੁਤ ਨਹੀਂ। ਉਹਨੂੰ ਚਾਹੀਦਾ ਕਿ ਜਿਸ ਪਾਰਟੀ ਨਾਲ ਉਹਦਾ ਪਿਤਾ ਬਲਰਾਮ ਜਾਖੜ ਜੁੜਿਆ ਆ, ਜਿਸ ਪਾਰਟੀ ਨਾਲ ਬੀਤੇ ਲੰਮੇ ਅਰਸੇ ਤੋਂ ਸੁਨੀਲ ਜਾਖੜ ਜੁੜਿਆ, ਉਹਦਾ ਪ੍ਰਧਾਨ ਵੀ ਰਹੇ ਨੇ, ਠੀਕ ਆ, ਪਾਰਟੀ ਵਾਸਤੇ ਕੁਝ ਨਹੀਂ ਕਰਦਾ ਤਾਂ ਨਾ ਕਰੋ, ਉਸਦੀ ਪਾਰਟੀ ਦੀ ਬੇੜੀ 'ਚ ਵੱਟੇ ਜਿਹੜੇ ਨਾ ਪਾਓ, ਜਿਹੜੀ ਉਹ ਪੂਰਨ ਤੌਰ ਤੇ ਮਹੱਤਵਪੂਰਨ ਰੋਲ ਅਦਾ ਕਰ ਰਿਹਾ। ਬਾਕੀ ਇਸ ਦੇ ਬਿਆਨਾਂ ਦੀ ਹੁਣ ਕੋਈ ਲੋਕ ਜ਼ਿਆਦਾ ਅਹਿਮੀਅਤ ਨਹੀਂ ਦਿੰਦੇ। ਹੁਣ ਚੰਨੀ ਕਾਂਗਰਸ ਪਾਰਟੀ ਦਾ ਬਿਸਤਰਾ ਹੀ ਗੋਲ ਹੋ ਗਿਆ। ਸੁਨੀਲ ਜਾਖੜ ਜੋ ਮਰਜ਼ੀ ਬੋਲੇ, ਨਵਜੋਤ ਸਿੱਧੂ ਚੁੱਪਿਆ, ਪ੍ਰਤਾਪ ਸਿੰਘ ਬਾਜਵਾ ਚੁੱਪਿਆ, ਤਰਜਿੰਦਰ ਬਾਜਵਾ ਚੁੱਪਿਆ, ਸੁਖਜਿੰਦਰ ਸਿੰਘ ਰੰਧਾਵਾ ਚੁੱਪਿਆ। ਤੇ ਜੇਕਰ ਇਹ ਬੋਲੂਗਾ ਤੇ ਇਹਦੇ ਨਾਲ ਕੀ ਫਰਕ ਪੈਣਾ? ਲੋਕਾਂ ਨੇ ਜਦੋਂ ਇਸ ਪਾਰਟੀ ਨੂੰ ਹੀ ਇੱਕ ਪਾਸੇ ਖਤਮ ਕਰ ਦਿੱਤਾ, ਇੱਕ ਪਾਸੇ ਸਾਈਡ ਤੇ 5 ਸਾਲਾਂ ਵਾਸਤੇ ਬਹਾਲਤਾ ਕਿ ਜਾ ਕੇ ਹੁਣ ਫੈਸਲਾ ਕਰੋ, ਆਪਣੇ ਆਪੇ ਪਤਾ ਲੱਗ ਜਾਏਗਾ ਕਿ ਕੌਣ ਸੱਚਾ ਕੌਣ ਝੂਠਾ। ਹੁਣ ਲੋਕੀ ਬਦਲਾਅ ਵੱਲ ਵੇਖ ਰਹੇ ਆ, ਲੋਕਾਂ ਨੇ ਇਹਨਾਂ ਦੀ ਲੜਾਈਆਂ ਝਗੜਿਆਂ ਤੋਂ ਹੁਣ ਕੁਝ ਨਹੀਂ ਕਹਿਣਾ।
ਜੀ। ਬਿਲਕੁਲ ਸਰ, ਬਿਲਕੁਲ। ਜਿਵੇਂ ਸੁਨੀਲ ਜਾਖੜ ਦੀ ਤੁਸੀਂ ਗੱਲ ਕੀਤੀ ਵੀ ਜਿਵੇਂ ਉਹ ਕਹਿ ਰਹੇ ਨੇਗੇ ਵੀ ਤੁਸੀਂ ਦੋਏ ਪੱਤੇ ਖੇਡ ਕੇ ਦੇਖ ਲਏ, ਹਿੰਦੂ ਪੱਤਾ ਵੀ ਖੇਡ ਕੇ ਦੇਖ ਲਓ। ਚਲੋ ਆਉਣ ਵਾਲੇ ਸਮੇਂ 'ਚ ਪਤਾ ਲੱਗ ਜਾਏਗਾ, ਕਿਉਂਕਿ ਚਰਚਾਵਾਂ ਜ਼ਰੂਰ ਨੇ ਕਿ ਓਪੀ ਸੋਨੀ, ਭਾਰਤ ਭੂਸ਼ਣ ਆਜੂ ਅਤੇ ਵਿਜੇਂਦਰ ਸਿੰਗਲਾ ਦੇ ਨਾਮਾਂ ਦੇ ਉੱਪਰ ਚਰਚਾ ਹੋ ਰਹੀ ਹੈ। ਲੇਕਿਨ ਇਹ ਸਿਰਫ ਚਰਚਾਵਾਂ ਨੇ, ਕਿਆਸ ਲਾਈਆਂ ਨੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਹਾਈ ਕਮਾਂਡ ਇਸ ਤਰ੍ਹਾਂ ਦਾ ਫੈਸਲਾ ਲੈਣਗੇ, ਇਹ ਵੀ ਪਤਾ ਲੱਗ ਜਾਏਗਾ ਦਰਸ਼ਕਾਂ ਨੂੰ। ਆਪਾਂ ਟਾਈਮ ਬਾਏ ਟਾਈਮ ਇਸ ਬਾਰੇ ਵੀ ਚਰਚਾ ਕਰਦੇ ਰਹਾਂਗੇ। ਹੁਣ ਇੱਕ ਦੂਸਰੀ ਮੰਗ ਦੀ ਗੱਲ ਕਰੀਏ ਜੀ, ਜਿਹੜੀ ਇੱਕ ਮੰਗ ਉਹ ਵੀ ਸੁਨੀਲ ਜਾਖੜ ਦੇ ਵੱਲੋਂ ਹਾਈ ਕਮਾਂਡ ਦੇ ਸਾਹਮਣੇ ਰੱਖੀ ਗਈ ਹੈ। ਉਹਨਾਂ ਨੇ ਇਹ ਗੱਲ ਕਹੀ ਹੈ ਕਿ ਜਿਵੇਂ ਕਿ ਹੁਣ ਵਿਰੋਧੀ ਧਿਰ ਦੇ ਵਿੱਚ ਕਾਂਗਰਸ ਚਲੀ ਗਈ ਹੈ, ਸੱਤਾ ਦੇ ਉੱਪਰ ਆਮ ਆਦਮੀ ਪਾਰਟੀ ਹੈ, ਲੇਕਿਨ ਉਹਨਾਂ ਨੇ ਕਿਹਾ ਵੀ ਵਿਰੋਧੀ ਧਿਰ ਦਾ ਨੇਤਾ ਜਿਹੜਾ ਹੋਏਗਾ ਉਹ ਵੀ ਹੁਣ ਵੋਟਾਂ ਪਾ ਕੇ ਚੁਣਿਆ ਜਾਵੇ। ਹਾਲਾਂਕਿ ਇਹ ਅਧਿਕਾਰ ਹਾਈ ਕਮਾਂਡ ਕੋਲੇ ਹੁੰਦਾ ਹੈ ਕਿ ਉਹ ਕਿਹਨੂੰ ਵਿਰੋਧੀ ਧਿਰ ਦਾ ਨੇਤਾ ਬਣਾਉਂਦਾ ਹੈ, ਲੇਕਿਨ ਸੁਨੀਲ ਜਾਖੜ ਦੇ ਵੱਲੋਂ ਇਹ ਵੀ ਮੰਗ ਰੱਖੀ ਗਈ ਹੈ ਕਿ ਵਿਰੋਧੀ ਧਿਰ ਦਾ ਨੇਤਾ ਜਿਹੜਾ ਵੀ ਹੋਏਗਾ ਉਸ ਨੂੰ ਵੋਟਾਂ ਪਾ ਕੇ ਚੁਣਿਆ ਜਾਵੇ ਵੀ ਕੌਣ ਵਿਰੋਧੀ ਧਿਰ ਦਾ ਨੇਤਾ ਹੋਏਗਾ। ਕਿਵੇਂ ਦੇਖ ਰਹੇ ਹੋ, ਇਹ ਮੰਗ ਜਾਇਜ਼ ਹੈ, ਇਹ ਮੰਨੀ ਜਾਏਗੀ ਜਾਂ ਨਹੀਂ? ਮੈਂ ਤਾਂ ਲਖਵਿੰਦਰ ਪਹਿਲਾਂ ਹੀ ਇੰਨੀ ਗੱਲ ਕਹਿ ਰਿਹਾ ਕਿ ਸੁਨੀਲ ਜਾਖੜ ਇੱਕ ਚੱਲਿਆ ਹੋਇਆ ਕਾਰਤੂਸ ਆ, ਜਿਹਦੀ ਕੋਈ ਅਹਿਮੀਅਤ ਨਾ ਤਾਂ ਕਾਂਗਰਸ ਦੀ ਹਾਈਕਮਾਨ ਚ ਆ ਤੇ ਨਾ ਹੀ ਪੰਜਾਬ ਦੀ ਕਾਂਗਰਸ ਇਕਾਈ ਦੇ ਵਿੱਚ। ਉਹਦੇ ਵੱਲੋਂ ਜਿਹੜੇ ਇਹ ਬਿਆਨ ਦਿੱਤੇ ਜਾ ਰਹੇ ਕੇਵਲ ਤੇ ਕੇਵਲ ਸਿਰਫ ਸੁਰਖੀਆਂ ਦੇ ਵਿੱਚ ਰਹਿਣ ਕਰਕੇ ਦਿੱਤੇ ਜਾ ਰਹੇ ਆ। ਇਹ ਕਾਂਗਰਸ ਹਾਈਕਮਾਨ ਦਾ ਫੈਸਲਾ ਕਿ ਉਹਨਾਂ ਨੇ ਕਿਸ ਨੂੰ ਵਿਰੋਧੀ ਧਿਰ ਦਾ ਨੇਤਾ ਬਣਾਉਣਾ ਤੇ ਕਿਸ ਨੂੰ ਨਹੀਂ ਬਣਾਉਣਾ। ਹੁਣ VOTING ਰਾਹੀਂ ਜੇਕਰ ਵਿਰੋਧੀ ਧਿਰ ਦਾ ਨੇਤਾ ਬਣਾਉਣਾ ਤੇ 18 ਤਾਂ ਬੰਦੇ ਆ, 18 ਦੇ ਵਿੱਚੋਂ ਕਿੰਨੇ ਗਰੁੱਪਿਜ਼ਮ ਆ, ਤੇ ਸੁਨੀਲ ਜਾਖੜ ਦੀ ਤਾਂ ਵੋਟ ਵੀ ਹੈ ਨਹੀਂ। ਸੁਨੀਲ ਜਾਖੜ ਕਿਸੇ ਵੀ ਪਾਸੇ ਵੋਟ ਪਾਉਣ ਦੇ ਸਮਰੱਥ ਨਹੀਂ, ਨਾ ਉਹ MLA ਆ, ਨਾ ਸਾਬਕਾ ਵਿਧਾਇਕ ਆ, ਕੁਝ ਵੀ ਨਹੀਂ, ਪੁਰਾਣੇ ਸਮੇਂ 'ਚ ਰਿਹਾ ਹੋਏਗਾ। ਤਾਂ ਉਸਦੇ ਇਹਨਾਂ ਬਿਆਨਾਂ ਨੂੰ ਮੇਰਾ ਨਹੀਂ ਖਿਆਲ ਹਾਈਕਮਾਨ ਕੋਈ ਜ਼ਿਆਦਾ ਨੋਟਿਸ ਦੇਵੇ। ਹੁਣ ਇਹਦੇ 18 ਦੇ ਵਿੱਚੋਂ ਸਾਰੇ ਹੀ ਸੀਨੀਅਰ ਨੇ। ਪ੍ਰਤਾਪ ਸਿੰਘ ਬਾਜਵਾ ਆ, ਤ੍ਰਿਪਤਜਿੰਦਰ ਸਿੰਘ ਬਾਜਵਾ, ਸੁਖਜਿੰਦਰ ਸਿੰਘ ਰੰਧਾਵਾ, ਹੋਰ ਇਹਨਾਂ ਬੰਦਿਆਂ ਨੇ ਸੁੱਖ ਸਰਕਾਰੀਆ ਜਿਹੜੀ ਮਾਝਾ ਬਰਗੇਡ ਸੀ, ਇਹਨੇ ਇਹ ਕਾਂਗਰਸ ਪਾਰਟੀ ਦੀ ਥੋੜੀ ਬਹੁਤੀ ਲਾਜ ਰੱਖੀ ਆ। ਬਾਕੀਆਂ ਦਾ ਤੇ ਜੋ ਪਤਾ ਹੈ ਉਹ ਲੱਗਦਾ ਹੀ ਹੈ। ਸੋ ਕਹਿਣ ਦਾ ਅਰਥ ਹੈ ਕਿ ਕਾਂਗਰਸ ਹਾਈਕਮਾਨ ਹੁਣ ਜੇਕਰ ਸੁਨੀਲ ਜਾਖੜ ਵਰਗੇ ਬੰਦੇ ਦੀ ਸਲਾਹ ਤੇ ਚੱਲਣ ਲੱਗੀ, ਫਿਰ ਤਾਂ ਉਹ ਕਾਂਗਰਸ ਹਾਈਕਮਾਨ ਫਿਰ ਉਹ ਪੂਰੀ ਸੌ ਤੇ ਸਫਲ ਹੋ ਜੂਗੀ ਜੇਕਰ ਇਹੋ ਜਿਹੇ ਬੰਦੇ ਦੀ ਸਲਾਹਾਂ ਤੇ ਚੱਲੇਗੀ। ਸੁਨੀਲ ਜਾਖੜ ਵੱਲੋਂ ਜਿਹੜੀ ਇਹ ਬਿਆਨਬਾਜ਼ੀ ਕੀਤੀ ਜਾ ਰਹੀ ਹੈ, ਇਸ ਦਾ ਸਿਰਫ ਤੇ ਸਿਰਫ ਮਨੋਰਥ ਇਹ ਆ ਆਪਣੇ ਆਪ ਨੂੰ ਸੁਰੱਖਿਆ ਵਿੱਚ ਰੱਖਣਾ, ਕਿਉਂਕਿ ਅੱਜ ਦੀ ਸਥਿਤੀ ਦੇ ਵਿੱਚ ਕਾਂਗਰਸ ਪਾਰਟੀ ਦਾ ਕੋਈ ਵੀ ਨੇਤਾ ਇਸ ਵੇਲੇ ਅਸੀਂ ਕਹਿ ਸਕਦੇ ਕਿ ਲੋਕਾਂ ਦੇ ਵਿੱਚ ਮਕਬੂਲ ਨਹੀਂ ਰਿਹਾ। ਹਰ ਵਿਅਕਤੀ ਆਪੋ ਆਪਣੀ ਸ਼ਰਮਨਾਕ ਹਾਰ ਕਰਕੇ ਚੁੱਪਿਆ, ਚਾਹੇ ਉਹ ਨਵਜੋਤ ਸਿੰਘ ਸਿੱਧੂ ਹੋਵੇ, ਚਾਹੇ ਚਰਨਜੀਤ ਸਿੰਘ ਚੰਨੀ ਹੋਵੇ, ਭਾਵੇਂ ਭਾਰਤ ਭੂਸ਼ਣ ਆਸ਼ੂ ਹੋਵੇ, ਭਾਵੇਂ ਵਿਜੇ ਸਿੰਗਲਾ ਹੋਵੇ, ਭਾਵੇਂ ਓਮ ਪ੍ਰਕਾਸ਼ ਸੋਨੀ ਹੋਵੇ। ਕੋਈ ਵੀ ਵਿਅਕਤੀ ਜਿਹੜਾ ਉਸ ਸਮੇਂ ਜਿਹੜੇ ਕਾਂਗਰਸ ਪਾਰਟੀ ਦੇ ਥੰਮ ਸਨ, ਸਭ ਆਪੋ ਆਪਣੀ ਸ਼ਰਮਨਾਕ ਹਾਰ ਕਰਕੇ ਆਪੋ ਆਪਣੇ ਘਰਾਂ 'ਚ ਬੈਠੇ ਤੇ ਚੁੱਪ ਨੇ। ਇਹੋ ਜਿਹੇ ਮੌਕੇ ਦੇ ਸੁਨੀਲ ਜਾਖੜ ਵਰਗਾ ਬੰਦਾ ਸਿਰਫ ਤਾਂ ਕਰਕੇ ਬਿਆਨ ਦੇ ਰਿਹਾ ਕਿ ਮੈਦਾਨ ਸਾਰਾ ਖਾਲੀ ਆ, ਤੇ ਠੀਕ ਆ ਬਿਆਨ ਦੇ ਦਿਓ, ਉੱਥੇ ਕੀ ਫਰਕ ਲੱਗਾ ਪੈਣ। ਦੂਜੇ ਪਾਸੇ ਜਿਹੜੇ ਜਿੱਤੇ ਵਿਧਾਇਕ ਨੇ ਉਹਨਾਂ ਨੇ ਕੋਈ ਬਿਆਨ ਨਹੀਂ ਦਿੱਤਾ ਕਿ ਹਾਂ ਵੀ ਏਦਾਂ ਹੋਣਾ ਚਾਹੀਦਾ, ਇਸ ਤਰ੍ਹਾਂ ਹੋਣਾ ਚਾਹੀਦਾ। ਤੇ ਸੁਨੀਲ ਜਾਖੜ ਜਿਹੜਾ ਬੰਦਾ ਉਸ ਵੇਲੇ ਐਲਾਨ ਕਰ ਚੁੱਕਾ ਜੀ ਮੈਂ ਜੀ ਸਰਗਰਮ ਸਿਆਸਤ ਤੋਂ ਸੰਨਿਆਸ ਲੈਂਦਾ, ਮੈਂ ਨਹੀਂ ਕਿਸੇ ਪਾਸੇ ਪਾਰਟਿਸਿਪੇਟ ਕਰਦਾ, ਉਸ ਨੂੰ ਫਿਰ ਕੀ ਲੱਗੇ ਕਿ ਵਿਰੋਧੀ ਧਿਰ ਦੇ ਜਿਹੜੇ ਨੇਤਾ VOTING ਰਾਹੀਂ ਬਣਦੇ ਆ, ਕਾਂਗਰਸ ਹਾਈਕਮਾਨ ਬਣਦੀ ਹੈ, ਤੁਸੀਂ ਛੱਡੋ ਇਸ ਕੰਮ, ਉਹਨਾਂ ਨੂੰ ਫੈਸਲਾ ਕਰਨ ਨੂੰ। ਪਰ ਉਸ ਨੂੰ ਇਸ ਵੇਲੇ ਪਤਾ ਕਿ ਇਸ ਵੇਲੇ ਕਾਂਗਰਸ ਦੀ ਜਿੰਨੀ ਸਮੁੱਚੀ ਲੀਡਰਸ਼ਿਪ ਆ ਸਾਰੀ ਖਾਮੋਸ਼ ਬੈਠੀ ਆ, ਤਾਂ ਸ਼ਾਇਦ ਮੇਰੇ ਬੋਲਾਂ ਦੇ ਨਾਲ ਲੋਕ ਮੈਨੂੰ ਸੁਣਨਾ ਪਸੰਦ ਕਰਨ, ਪਰ ਨਹੀਂ, ਹੁਣ ਸਮਾਂ ਜਿਹੜਾ ਉਹ ਬੀਤ ਚੁੱਕਾ। ਹਾਈਕਮਾਨ ਸੁਨੀਲ ਜਾਖੜ ਦੇ ਇਹਨਾਂ ਬਿਆਨਾਂ ਨੂੰ ਕੋਈ ਜ਼ਿਆਦਾ ਤਰਜੀਹ ਨਹੀਂ ਦੇਵੇਗੀ, ਇਹ ਗੱਲ ਪੱਕੀ ਹੈ ਜੀ। ਬਿਲਕੁਲ ਸਰ, ਬਿਲਕੁਲ। ਸੋ ਹੁਣ ਆਪਾਂ ਗੱਲ ਕਰੀਏ ਦੋਹਾਂ ਪਾਰਟੀ ਤੋਂ ਬਾਅਦ, ਆਮ ਆਦਮੀ ਪਾਰਟੀ ਤੋਂ ਬਾਅਦ ਜਾਂ ਫਿਰ ਕਾਂਗਰਸ ਤੋਂ ਬਾਅਦ, ਉਹਨਾਂ ਦੇ ਕਾਟੋ ਕਲੇਸ਼ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੀ ਕੱਲ ਉਹਨਾਂ ਦੀ ਕੋਰ ਕਮੇਟੀ ਦੀ ਮੀਟਿੰਗ ਹੋਈ ਸੀ ਚੰਡੀਗੜ੍ਹ ਵਿੱਚ, ਜਿੱਥੇ ਕਿ ਪ੍ਰਧਾਨਗੀ ਨੂੰ ਲੈ ਕੇ ਜ਼ਿਆਦਾ ਚਰਚਾ ਹੋਈ ਹੈ। ਸੋ ਗੱਲ ਇਹ ਹੈ ਕਿਉਂਕਿ ਬੜੀ ਬੁਰੀ ਤਰੀਕੇ ਦੇ ਨਾਲ ਹਾਰ ਕੇ ਹਾਸ਼ੀਏ ਤੇ ਚਲੀ ਗਈ ਹੈ, ਸਭ ਤੋਂ ਵੱਡੀ ਹਾਰ ਹੁਣ ਤੱਕ ਦੀ, ਜੋ ਕਿਉਂਕਿ ਤਕਰੀਬਨ 100 ਸਾਲ ਪੁਰਾਣੀ ਪਾਰਟੀ ਹੈ, ਸਭ ਤੋਂ ਵੱਡੀ ਹਾਰ ਹੋਈ ਹੈ ਇਸ ਇਲੈਕਸ਼ਨ ਦੇ ਵਿੱਚ 2022 ਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ। ਸੋ ਪ੍ਰਧਾਨਗੀ ਉੱਪਰ ਉਂਗਲੀਆਂ ਉੱਠਣੀਆਂ ਲਾਜ਼ਮੀ ਸੀ, ਕਿਉਂਕਿ 2017 ਦੇ ਵਿੱਚ ਵੀ ਬੁਰੀ ਤਰੀਕੇ ਨਾਲ ਹਾਰੀ ਸੀ, ਲੇਕਿਨ ਉਸ ਤੋਂ ਵੀ ਲੱਚਰ ਪ੍ਰਦਰਸ਼ਨ 2022 ਦੇ ਵਿੱਚ। ਲੇਕਿਨ ਕੋਰ ਕਮੇਟੀ ਦੀ ਮੀਟਿੰਗ ਖਤਮ ਹੋਣ ਤੋਂ ਬਾਅਦ ਇਹ ਬਿਆਨ ਸਾਹਮਣੇ ਆਏ ਨੇ ਕੋਰ ਕਮੇਟੀ ਦੇ ਕਿ ਸਾਨੂੰ ਅਜੇ ਵੀ ਸੁਖਬੀਰ ਸਿੰਘ ਬਾਦਲ ਦੀ ਕਾਬਲੀਅਤ ਉੱਪਰ ਭਰੋਸਾ ਹੈ, ਦੂਰ ਅੰਦੇਸ਼ੀ ਉਹ ਲੀਡਰ ਨੇ, ਸਾਨੂੰ ਲੀਡਰਸ਼ਿਪ ਤੇ ਭਰੋਸਾ ਹੈ, ਉਹ ਪ੍ਰਧਾਨ ਬਣੇ ਰਹਿਣਗੇ। ਕਿਵੇਂ ਦੇਖ ਰਹੇ ਹੋ ਕੋਰ ਕਮੇਟੀ ਦਾ ਜੋ ਬਿਆਨ ਆਇਆ, ਨਿਰਪੱਖ ਤੌਰ ਤੇ ਉਹਨਾਂ ਦੀ ਸੋਚ ਹੈ ਜਾਂ ਫਿਰ ਬਾਦਲ ਪਰਿਵਾਰ ਦਾ ਦਬਦਬਾ ਅਜੇ ਵੀ ਹੈ, ਤੇ ਬਾਦਲ ਪਰਿਵਾਰ ਦੇ ਇਹ ਦਬਦਬੇ ਦੇ ਕਾਰਨ ਹੀ ਇਸ ਤਰ੍ਹਾਂ ਦਾ ਬਿਆਨ ਆਇਆ ਜੋ ਕੋਰ ਕਮੇਟੀ ਵੱਲੋਂ ਲਿਆ ਗਿਆ? ਲਖਵਿੰਦਰ, ਤੈਨੂੰ ਕੱਲ ਯਾਦ ਹੋਣਾ ਕਿ ਕੱਲ ਜਦੋਂ ਆਪਾਂ ਸਵੇਰੇ ਪ੍ਰੋਗਰਾਮ ਕਰ ਰਹੇ ਸਾਂ ਜੀ, ਤਾਂ ਤੁਸੀਂ ਕਾਂਗਰਸ ਹਾਈਕਮਾਨ CWC ਦੀ ਮੀਟਿੰਗ ਵੱਲੋਂ ਪ੍ਰਸ਼ਨ ਕੀਤਾ ਸੀ ਜੀ,
ਤਾਂ ਮੈਂ ਪਹਿਲਾਂ ਹੀ ਇੰਨੀ ਗੱਲ ਕਹਿ ਦਿੱਤੀ ਸੀ ਕਿ ਮੈਂ ਕਿਹਾ ਅੱਜ ਅਕਾਲੀ ਦਲ ਦੀ ਮੀਟਿੰਗ ਵੀ ਹੋਣੀ ਆ ਕੋਰ ਕਮੇਟੀ ਦੀ, ਉਹਦੇ ਵਿੱਚ ਇਹੋ ਗੱਲ ਕਹਿਣੀ ਆ। ਪਹਿਲਾਂ ਸੁਖਬੀਰ ਬਾਦਲ ਜੀ ਅਸਤੀਫਾ ਦੇਣ ਦਾ ਐਲਾਨ ਕਰਨਗੇ, ਫਿਰ ਲੋਕ ਪਾਰਟੀ ਦੇ ਕਹਿਣ ਅਨੁਸਾਰ ਉਹ ਅਸਤੀਫਾ ਵਾਪਸ ਲੈ ਲੈਣਗੇ। ਜੋ ਕੁਝ ਇਸੇ ਤਰੀਕੇ ਨਾਲ ਕਾਂਗਰਸ ਕਮੇਟੀ ਦੇ ਵਿੱਚ ਵੀ ਹੋਇਆ, ਸੋਨੀਆ ਗਾਂਧੀ ਨੇ ਕਿਹਾ ਮੈਂ ਅਸਤੀਫਾ ਦੇਣੀ ਆ, ਜਿਹੜੇ ਉਹਨਾਂ ਦੇ ਝੋਲੀ ਚੱਕ ਸੀ ਕਾਂਗਰਸ ਪਾਰਟੀ ਦੇ ਕੋਰ ਜਿਹੜੇ CWC ਤੋਂ, ਉਹਨਾਂ ਨੇ ਕਿਹਾ ਨਹੀਂ। ਬੀਬੀ ਸੋਨੀਆ ਗਾਂਧੀ ਦੀ ਰਹਿਨੁਮਾਈ ਦੇ ਹੇਠ ਕਾਂਗਰਸ ਪਾਰਟੀ ਨੇ ਬੜੀਆਂ ਤਰੱਕੀਆਂ ਦੇ ਪੜਾਅ ਦੇਖੇ ਨੇ, ਸਾਨੂੰ ਪੂਰਨ ਤੌਰ ਤੇ ਸਮਝੌਤਾ, ਤੁਹਾਨੂੰ ਅਸਤੀਫਾ ਦੇਣ ਦੀ ਲੋੜ ਨਹੀਂ। ਇਹੋ ਜਿਹੀ ਗੱਲ ਹੀ ਕੱਲ ਅਕਾਲੀ ਦਲ ਦੀ ਕੋਰ ਕਮੇਟੀ ਦੀ ਮੀਟਿੰਗ 'ਚ ਹੋਈ ਹੈ। ਸੁਖਬੀਰ ਬਾਦਲ ਨੇ ਕਿਹਾ, ਪ੍ਰਕਾਸ਼ ਸਿੰਘ ਬਾਦਲ ਹੁਣੀ ਵੀ ਸਾਹਮਣੇ ਆ ਗਏ ਕਿ ਪਾਰਟੀਆਂ 'ਚ ਜਿੱਤਾਂ ਹਾਰਾਂ ਚੱਲਦੀਆਂ ਰਹਿੰਦੀਆਂ, ਇੱਕ ਲਹਿਰ ਸੀ, ਇੱਕ ਸੁਨਾਮੀ ਸੀ, ਜਿਹਦੇ ਵਿੱਚ ਬਹਿ ਕੇ ਕੋਈ ਇਹੋ ਜਿਹੀ ਗੱਲ ਨਹੀਂ ਆ, ਸਮਾਂ ਪਾਰਟੀਆਂ ਤੇ ਹੁੰਦਾ ਤੇ ਸੁਖਬੀਰ ਪਾਰਟੀ ਨੂੰ ਚਲਾ ਸਕਦਾ। ਕਾਰਨ ਲਖਵਿੰਦਰ ਜੀ ਇਹ ਹੈ ਕਿ ਇਸ ਵੇਲੇ ਹਰ ਪਾਰਟੀ ਜਿਹੜੀ ਆ ਪਰਿਵਾਰਵਾਦ ਦੇ ਪ੍ਰਭਾਵ ਹੇਠ, ਚਾਹੇ ਅਕਾਲੀ ਦਲ ਹੋਵੇ ਚਾਹੇ ਕਾਂਗਰਸ ਹੋਵੇ, ਸਿਵਾਏ ਭਾਜਪਾ ਨੂੰ ਛੱਡ ਕੇ। ਤਾਂ ਜਦੋਂ ਪਰਿਵਾਰਵਾਦ ਹੋਵੇ ਤਾਂ ਪਰਿਵਾਰਵਾਦ ਕਿਸੇ ਦੂਜੀ ਕਤਾਰ ਦੇ ਨੇਤਾ ਨੂੰ ਪੈਦਾ ਹੀ ਨਹੀਂ ਹੋਣ ਦਿੰਦਾ। ਅਗਰ ਤੁਸੀਂ ਦੇਖੋ ਅਕਾਲੀ ਦਲ ਦੀ ਅਗਰ ਗੱਲ ਕਰ ਰਹੇ ਆਪਾਂ, ਤਾਂ ਅਕਾਲੀ ਦਲ ਦੇ ਵਿੱਚ ਤੁਸੀਂ ਗੱਲ ਕਰੋ ਤਾਂ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ ਤੋਂ ਬਾਅਦ ਤੀਜਾ ਲੀਡਰ ਕਿਹੜਾ ਦਿਖਾਈ ਦਿੰਦਾ? ਜੇ ਤੀਜਾ ਲੀਡਰ ਦਿਖਾਈ ਦੇਗਾ ਤਾਂ ਬਿਕਰਮਜੀਤ ਸਿੰਘ ਮਜੀਠੀਆ, ਉਹ ਵੀ ਪਰਿਵਾਰ ਨਾਲ ਸੰਬੰਧਿਤ ਆ। ਚੌਥਾ ਲੀਡਰ ਹਰਸਿਮਰਤ ਕੌਰ ਬਾਦਲ ਹੋ ਸਕਦੀ ਆ, ਉਹ ਵੀ ਉਹਨਾਂ ਦੀ ਪਰਿਵਾਰ ਦੀ ਨੂੰ। ਸੋ ਇੱਕ ਪਰਿਵਾਰ ਦੇ ਹੀ ਮੈਂਬਰ ਪਾਰਟੀ ਦੇ ਵਿੱਚ ਹਨ, ਦੂਜਾ ਕੋਈ ਲੀਡਰ ਇਹਨਾਂ ਚੌਂ ਵਿਅਕਤੀਆਂ ਤੋਂ ਬਾਅਦ ਕੋਈ ਨਾਮ ਜਿਹੜਾ ਉਹ ਦਿਖਾਈ ਜਿਹੜਾ ਨਹੀਂ ਦਿੰਦਾ। ਤਾਂ ਨਾ ਹੀ ਇਹ ਪਰਿਵਾਰ ਇਹੋ ਜਿਹੇ ਲੀਡਰਾਂ ਨੂੰ ਪੈਦਾ ਹੋਣ ਦਿੰਦੇ ਆ। ਉਹੀ ਹੈ ਕਾਂਗਰਸ ਪਾਰਟੀ ਦਾ, ਸੋਨੀਆ ਗਾਂਧੀ, ਰਾਹੁਲ ਗਾਂਧੀ, ਪ੍ਰਿਅੰਕਾ ਗਾਂਧੀ, ਤੀਜਾ ਨਾਮ ਦੱਸ ਦੋ ਜਿਹੜਾ ਸਰਵ ਪ੍ਰਮਾਣਿਤ ਨਾ ਹੋਵੇ ਜਾਂ ਜਿਸ ਨੂੰ ਭਾਰਤ ਦੇ ਲੋਕ ਜਿਹੜੇ ਨੇ ਕਾਂਗਰਸ ਪਾਰਟੀ ਦੇ ਨੇਤਾ ਦੇ ਰੂਪ 'ਚ ਜਾਣਦੇ ਹੋਣ। ਜੇ ਜਾਣਦੇ ਵੀ ਹੋਣਗੇ ਤਾਂ ਕੇਵਲ ਤੇ ਕੇਵਲ ਉਹ ਆਪਣੇ ਰਾਜ ਤੱਕ ਸੀਮਤ ਹੋਣਗੇ। ਪਰ ਇਹ ਗੱਲ ਭਾਰਤੀ ਜਨਤਾ ਪਾਰਟੀ 'ਚ ਨਹੀਂ ਹੈਗੀ। ਭਾਰਤੀ ਜਨਤਾ ਪਾਰਟੀ ਹਮੇਸ਼ਾ ਆਪਣੀ ਸੈਕੰਡ ਲਾਈਨ ਦੇ ਲੀਡਰ ਨੂੰ ਤਿਆਰ ਕਰਦੀ ਹੈ। ਤਾਂ ਸ਼ਾਇਦ ਇਹੋ ਹੀ ਕਾਰਨ ਆ ਕਿ ਇਸ ਵੇਲੇ 333 ਤੋਂ ਜ਼ਿਆਦਾ ਲੋਕ ਸਭਾ ਮੈਂਬਰ ਲੈ ਕੇ ਇੱਕ ਕਲੀਅਰ ਕੱਟ ਮੈਜੋਰਟੀ ਉਹਨਾਂ ਨੇ ਬਣਾਈ ਹੈ। ਤੇ ਦੂਜੇ ਪਾਸੇ ਜਦੋਂ ਪਰਿਵਾਰ ਦਾ ਮੋਹ ਹੋਵੇ ਤਾਂ ਉਸ ਪਰਿਵਾਰ ਦੇ ਮੋਹ ਦੇ ਅੰਤਰਗਤ ਜਦੋਂ ਅਸੀਂ ਕੋਈ ਲੀਡਰ ਹੀ ਪੈਦਾ ਨਹੀਂ ਹੋਣ ਦੇਣਾ, ਫਿਰ ਪਾਰਟੀਆਂ ਦੇ ਜਿਹੜਾ ਹਸ਼ਰਿਆ ਉਹ ਤੁਹਾਡੇ ਸਾਹਮਣੇ ਹੈ, ਚਾਹੇ ਉਹ ਕਾਂਗਰਸ ਪਾਰਟੀ ਹੈ ਤੇ ਚਾਹੇ ਅਕਾਲੀ ਦਲ ਹੈ। ਤਾਂ ਅਕਾਲੀ ਦਲ ਨੇ ਕਹਿ ਦਿੱਤਾ ਕਿ ਦੂਰ ਅੰਦੇਸ਼ੀ ਸੁਖਬੀਰ ਬਾਦਲ ਦੀ ਜਿੰਨੀ ਦੂਰ ਅੰਦੇਸ਼ੀ ਆ ਉਹ ਤਾਂ ਪਿਛਲੇ 5 ਸਾਲਾਂ ਦੌਰਾਨ ਤੇ ਇਹ ਮਾਫ ਕਰਨਾ ਇਹ 2 ਇਲੈਕਸ਼ਨਾਂ 'ਚ ਲੋਕਾਂ ਨੇ ਵੇਖ ਲਈ ਹੈ, ਜਿਸ ਕਾਰਨ ਪਾਰਟੀ ਜਿਹੜੀ 10 ਸਾਲ ਸੱਤਾ ਤੋਂ ਦੂਰ ਰਹੇਗੀ। ਹੁਣ 5 ਸਾਲ ਪਹਿਲੇ ਤੋਂ 5 ਸਾਲ ਹੁਣ 2027 ਦੇ ਵਿੱਚ ਕੀ ਪਤਾ ਕਿਹੜਾ ਰੁਖ ਆਉਣਾ ਜਾਂ ਕਿਹੜਾ ਰੁਖ ਨਹੀਂ ਆਉਣਾ। ਪਰ ਸੁਖਬੀਰ ਬਾਦਲ ਦੀ ਜਿਹੜੀ ਦੂਰ ਅੰਦੇਸ਼ੀ ਆ ਪਾਰਟੀ ਵਾਸਤੇ ਠੀਕ ਹੈ, ਪਾਰਟੀ ਨੂੰ ਚੰਗੀ ਲੱਗਦੀ ਆ, ਕਿਉਂਕਿ ਪਾਰਟੀ ਦੇ ਵਿੱਚ ਅਕਾਲੀ ਦਲ ਦੇ ਵਿੱਚ ਕੋਈ ਉਸਨੂੰ ਚੈਲੰਜ ਕਰਨ ਵਾਲਾ ਹੈ ਨਹੀਂ। ਤੇ ਜਿਹੜਾ ਕੋਈ ਚੈਲੰਜ ਕਰਦਾ ਉਹਨਾਂ ਨੂੰ ਪਾਰਟੀ ਜਿਹੜੀ ਬਾਹਰ ਦਾ ਰਸਤਾ ਵਿਖਾ ਦਿੰਦੀ ਰਹੀ ਹੈ। ਬੀਤੇ ਦੌਰ 'ਚ ਅਕਾਲੀ ਦਲ 'ਚ ਇਹੋ ਹੁੰਦਾ ਰਿਹਾ। ਸੋ ਇਸ ਕਰਕੇ ਪਾਰਟੀ ਦੇ ਉੱਤੇ ਜਦੋਂ ਪੂਰਨ ਕਬਜ਼ਾ ਹੋਵੇ, ਗਲਬਾ ਹੋਵੇ ਇੱਕ ਹੀ ਪਰਿਵਾਰ ਦਾ, ਤਾਂ ਫਿਰ ਇਹੋ ਜਿਹੀਆਂ ਸਟੇਟਮੈਂਟਾਂ ਜਿਹੜੀਆਂ ਆਉਣੀਆਂ ਸੁਭਾਵਿਕ ਹੁੰਦੀਆਂ ਨੇ। ਦੂਜੇ ਪਾਸੇ ਅਕਾਲ ਤਖਤ ਦਾ ਜਥੇਦਾਰ ਵੀ ਕਹੀ ਜਾਂਦਾ ਕਿ ਹਾਂਜੀ ਅਕਾਲੀ ਦਲ ਦਾ ਖਾਤਮਾ ਸਿੱਖ ਪੰਥ ਦੇਸ਼ ਵਾਸਤੇ ਬੜਾ ਖਤਰਨਾਕ ਆ। ਜਦੋਂ ਇਹੋ ਜਿਹੇ ਧਾਰਮਿਕ ਨੇਤਾ ਵੀ ਉਹਨਾਂ ਦੀ ਬੋਲੀ ਬੋਲਦੇ ਹੋਣ ਤਾਂ ਫਿਰ ਕਿਹੜਾ ਬੰਦਾ ਬਾਦੀ ਦੇ ਮੂੰਹ ਦੇ ਵਿੱਚ ਅੱਗੇ ਜਾਏਗਾ? ਕਿਹੜਾ ਬੰਦਾ ਤਨਖਾਹ ਲਵਾਊਗਾ? ਜਿਹੜਾ ਬੰਦਾ ਤਨਖਾਹ ਬਾਈ ਇਹੋ ਜਿਹਾ ਬਿਆਨ ਦਿੰਦਾ ਕਿ ਸੁਖਬੀਰ ਬਾਦਲ ਨੂੰ ਪ੍ਰਧਾਨਗੀ ਛੱਡ ਦੇਣੀ ਚਾਹੀਦੀ ਹੈ, ਅਕਾਲ ਤਖਤ ਦਾ ਜਥੇਦਾਰ ਉਹਦੇ ਖਿਲਾਫ ਹੁਕਮਨਾਮਾ ਜਾਰੀ ਕਰ ਸਕਦਾ, ਕੀ ਕਰੋਗੇ? ਸੋ ਇਹੋ ਜਿਹੇ ਬਿਆਨ ਜਿਹੜੇ ਨੇ ਇਹ ਪਰਿਵਾਰਵਾਦ ਪ੍ਰਤੀ ਜਿਹੜੀ ਪ੍ਰਸਤੀ ਹੈ ਉਸ ਨੂੰ ਪੇਸ਼ ਕਰਦੇ ਨੇ ਤੇ ਪਾਰਟੀਆਂ ਦੇ ਪਤਨ ਦੀ ਸ਼ੁਰੂਆਤ ਨੂੰ ਪੇਸ਼ ਕਰਦੇ ਨੇ ਕਿ ਜਿਸ ਵੀ ਪਾਰਟੀ ਪਰਿਵਾਰਵਾਦ ਦੇ ਪ੍ਰਭਾਵ ਵਿੱਚ ਚੱਲੇਗੀ ਉਸ ਦਾ ਅੰਤ ਜਿਹੜਾ ਨਿਸ਼ਚਿਤ ਆ, ਭਾਵੇਂ ਉਹ ਜਿਹੜਾ ਮਰਜ਼ੀ ਸ਼ਾਨ ਮਤਾ ਮਾਨ ਮਤਾ ਇਤਿਹਾਸ ਹੋਵੇ, ਉਹ ਪਾਰਟੀਆਂ ਜ਼ਿਆਦਾ ਚਿਰ ਚੱਲਦੀਆਂ ਨਹੀਂ ਹੁੰਦੀਆਂ ਜੋ ਸਾਹਮਣੇ ਹਨ। ਬਾਕੀ ਕੋਰ ਕਮੇਟੀ 'ਚ ਇਹੋ ਹੀ ਫੈਸਲਾ ਹੋਣਾ ਸੀ, ਇਹ ਸਾਰਿਆਂ ਨੂੰ ਪਤਾ ਸੀ। ਇਹਦੇ ਸੰਬੰਧੀ ਗੱਲ ਅਸੀਂ ਕੱਲ ਦੇ ਪ੍ਰੋਗਰਾਮ ਸਵੇਰੇ ਹੀ ਕਰਨੀ ਸੀ ਕਿ ਅੱਜ ਇਹ ਕੁਝ ਵਾਪਰਨਾ ਹੈ ਜੀ। ਬਿਲਕੁਲ ਸਰ, ਬਿਲਕੁਲ ਤੁਸੀਂ ਕਹਿਣ ਦੀ ਕੋਸ਼ਿਸ਼ ਕੀਤੀ ਹੈ ਕਿ ਭਾਵੇਂ ਕਿ ਪਾਰਟੀ ਦਾ ਪ੍ਰਦਰਸ਼ਨ, ਸ਼੍ਰੋਮਣੀ ਅਕਾਲੀ ਦਲ ਦਾ ਪ੍ਰਦਰਸ਼ਨ ਕਿਹੋ ਜਿਹਾ ਹੋਵੇ, ਲੇਕਿਨ ਇਹ ਗੱਲ ਕਲੀਅਰ ਹੈ ਕਿ ਦਬਦਬਾ ਬਾਦਲ ਪਰਿਵਾਰ ਦਾ ਅਜੇ ਵੀ ਕਾਇਮ ਹੈ ਸ਼੍ਰੋਮਣੀ ਅਕਾਲੀ ਦੇ ਵਿੱਚ। ਚਾਹੇ ਆਪਾਂ SGPC ਦੀ ਗੱਲ ਕਰੀਏ, ਉੱਥੇ ਵੀ ਦਬਦਬਾ ਕਾਇਮ ਹੈ। ਇਹੀ ਕਾਰਨ ਹੈ ਕਿ ਜਥੇਦਾਰ ਸਾਹਿਬ ਵੱਲੋਂ ਵੀ ਇਸ ਤਰ੍ਹਾਂ ਦੇ ਬਿਆਨ ਆਏ ਨੇ। ਸੋ ਅਣਖੀ ਸਾਹਿਬ, ਤੁਸੀਂ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਜੁੜੇ, ਉਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਬਹੁਤ ਬਹੁਤ ਸ਼ੁਕਰੀਆ ਜੀ। ਸੋ ਇਹ ਸਨ ਪ੍ਰੋਫੈਸਰ ਮਨਜੀਤ ਸਿੰਘ ਅਣਖੀ ਸਾਹਿਬ, ਜਿਨ੍ਹਾਂ ਨੇ ਪੰਜਾਬ ਦੀ ਸਿਆਸਤ ਦੇ ਉੱਪਰ ਖੂਬਸੂਰਤ ਚਰਚਾ ਕੀਤੀ ਹੈ। ਗੱਲ ਉਹਨਾਂ ਨੇ ਆਮ ਆਦਮੀ ਪਾਰਟੀ ਦੇ ਫੈਸਲਿਆਂ ਦੀ ਕੀਤੀ ਹੈ, ਗੱਲ ਕਾਂਗਰਸ ਦੇ ਕਾਟੋ ਕਲੇਸ਼ ਦੀ ਕੀਤੀ ਹੈ, ਤੇ ਨਾਲ ਹੀ ਨਾਲ ਗੱਲ ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਦੀ ਮੀਟਿੰਗ ਵਿੱਚ ਕਿਸ ਤਰ੍ਹਾਂ ਦੀਆਂ ਚਰਚਾਵਾਂ ਹੋਈਆਂ ਉਸ ਬਾਰੇ ਵੀ ਵਿਸਥਾਰ ਦੇ ਨਾਲ ਚਰਚਾ ਕੀਤੀ ਹੈ। ਉਮੀਦ ਹੈ ਤੁਹਾਨੂੰ ਪ੍ਰੋਫੈਸਰ ਅਣਖੀ ਦੁਆਰਾ ਕੀਤੀ ਹੋਈ ਚਰਚਾ ਜ਼ਰੂਰ ਪਸੰਦ ਆਈ ਹੋਵੇਗੀ। ਤੁਹਾਨੂੰ ਇਹ ਚਰਚਾ ਕਿਵੇਂ ਲੱਗੀ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ। ਅਗਲੇ ਪ੍ਰੋਗਰਾਮ ਦੇ ਵਿੱਚ ਫਿਰ ਤੋਂ ਹੋਏਗੀ ਸਾਡੀ ਮੁਲਾਕਾਤ।
ਉਦ ਤੱਕ ਮੈਨੂੰ ਦੇ ਇਜਾਜ਼ਤ। ਧੰਨਵਾਦ।